ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਸਿਰਲੇਖ ਹੈ 1984 ਅਣਚਿਤਵਿਆ ਕਹਿਰ, ਨਾ ਮੰਨਣਯੋਗ, ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ। ਲੇਖਕ ਅਜਮੇਰ ਸਿੰਘ। ਭਾਗ ਪਹਿਲਾ, ਇਤਿਹਾਸ ਨਾਲ ਲੱਦੇ ਦੌਰ ਦੀ ਗੱਲ। 12 ਸਾਲ ਪਹਿਲਾਂ ਜਦੋਂ ਸਿੱਖ ਇਨਕਲਾਬ ਨਾਮੀ ਪੁਸਤਕ ਦੇ ਲੇਖਕ ਸਰਦਾਰ ਜਗਜੀਤ ਸਿੰਘ ਦੇ ਬਜ਼ੁਰਗਾਨਾ ਆਸ਼ੀਰਵਾਦ ਤੇ ਪ੍ਰੇਰਨਾ ਨਾਲ ਇਸ ਲਿਖਤ ਦੀ ਰਚਨਾ ਦਾ ਕਾਰਜ ਛੋਹਿਆ ਗਿਆ ਸੀ ਤਾਂ ਇਸ ਦੇ ਆਕਾਰ ਤੇ ਪਸਾਰ ਦੋਨਾਂ ਹੀ ਗੱਲਾਂ ਬਾਰੇ ਕੋਈ ਪੂਰਵ ਅਨੁਮਾਨ ਨਹੀਂ ਸੀ। ਲਿਖਤ ਦਾ ਮੂਲ ਮੰਤਵ ਜੋ ਉਸ ਵੇਲੇ ਚਿਤਵਿਆ ਗਿਆ ਸੀ ਉਹ 1984 ਦੇ ਵਰਤਾਰੇ ਬਾਰੇ ਸਿੱਖ ਨੁਕਤਾ ਨਜ਼ਰ ਪੇਸ਼ ਕਰਨਾ ਸੀ। ਅਜਿਹਾ ਇਸ ਲਈ ਜ਼ਰੂਰੀ ਸਮਝਿਆ ਗਿਆ ਕਿ ਇਸ ਵਰਤਾਰੇ ਬਾਰੇ ਲਿਖੀਆਂ ਗਈਆਂ ਜ਼ਿਆਦਾਤਰ ਲਿਖਤਾਂ ਸਿੱਖਾਂ ਨਾਲ ਇਨਸਾਫ ਨਹੀਂ ਕਰਦੀਆਂ। ਸਿੱਖਾਂ ਦੀਆਂ ਮੰਗਾਂ ਤੇ ਉਮੰਗਾਂ, ਉਹਨਾਂ ਦੇ ਸੰਸਿਆਂ ਤੇ ਤੌਖਲਿਆਂ ਅਤੇ ਉਹਨਾਂ ਦੇ ਧਾਰਮਿਕ ਤੇ ਰਾਜਸੀ ਸਰੋਕਾਰਾਂ ਅਤੇ ਸੰਘਰਸ਼ਾਂ ਨੂੰ ਜਾਂ ਤਾਂ ਨੰਗੇ ਰੂਪ ਵਿੱਚ ਭੰਡਿਆ ਗਿਆ ਹੈ ਅਤੇ ਜਾਂ ਇਸ ਢੰਗ ਨਾਲ ਤੇ ਇਸ ਹੱਦ ਤੱਕ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਕਿ ਸਿੱਖ ਮਜ਼ਲੂਮ ਘੱਟ ਤੇ ਦੋਸ਼ੀ ਵੱਧ ਨਜ਼ਰ ਆਉਂਦੇ ਹਨ। ਲਿਖਣ ਲੱਗਿਆਂ ਅਹਿਸਾਸ ਹੋਇਆ ਕਿ 1984 ਦਾ ਵਰਤਾਰਾ ਕੋਈ ਅਚਾਨਕ ਤੇ ਖਲਾਅ ਵਿੱਚੋਂ ਪ੍ਰਗਟ ਨਹੀਂ ਸੀ ਹੋ ਗਿਆ। ਇਹ ਇੱਕ ਸਿਲਸਿਲੇ ਦੀ ਕੜੀ ਸੀ। ਇਸ ਕਰਕੇ ਇਸ ਨੂੰ ਸਮਝਣ ਲਈ ਉਸ ਸਿਲਸਿਲੇ ਦਾ ਗਿਆਨ ਤੇ ਵਿਸ਼ਲੇਸ਼ਣ ਦੀ ਜ਼ਰੂਰੀ ਲੋੜ ਜਾਪੀ। ਉਸ ਸਿਲਸਿਲੇ ਦੀ ਜੜ ਨੂੰ ਹੱਥ ਪਾਉਣ ਦੇ ਯਤਨ ਕਰਦਿਆਂ ਹੋਇਆਂ ਸੁਭਾਵਿਕ ਤੌਰ ਤੇ ਹੀ ਅਤੀਤ ਵੱਲ ਜਾਣਾ ਪੈ ਗਿਆ। ਪਹਿਲਾਂ ਇਸ ਅਤੀਤ ਦੀ ਹੱਦ 1947 ਕਲਪੀ ਗਈ ਸੀ। ਫਿਰ ਮਹਿਸੂਸ ਹੋਇਆ ਕਿ 1947 ਤੋਂ ਵੀ ਪਿੱਛੇ ਜਾ ਕੇ 19ਵੀਂ ਸਦੀ ਦੀ ਆਖਰੀ ਚੌਥਾਈ ਵਿੱਚ ਪ੍ਰਗਟ ਹੋਏ ਕੁਝ ਅਹਿਮ ਰੁਝਾਨਾਂ ਦੀ ਪੈੜ ਨੱਪਣੀ ਪੈਣੀ ਹੈ। ਇਸ ਤਰ੍ਹਾਂ ਤੁਰਦੇ ਤੁਰਦੇ ਗੱਲ 18ਵੀਂ ਸਦੀ ਤੱਕ ਜਾ ਪਹੁੰਚੀ, ਜਿਸ ਨਾਲ ਲਿਖਤ ਦਾ ਆਕਾਰ ਲਗਾਤਾਰ ਫੈਲਦਾ ਚਲਾ ਗਿਆ। ਇੱਕੋ ਸੈਂਚੀ ਤੋਂ ਸ਼ੁਰੂ ਹੋਈ ਗੱਲ ਪਹਿਲਾਂ 2 ਤੇ ਫਿਰ 3 ਸੈਂਚੀਆਂ ਤੱਕ ਜਾ ਪਹੁੰਚੀ ਸੀ। ਤੀਜੀ ਹੱਥਲੀ ਸੈਂਚੀ ਤਿਆਰ ਕਰਦਿਆਂ ਸਿਲਸਿਲਾ ਚੌਥੀ ਤੱਕ ਜਾ ਪੁੱਜਾ ਹੈ। ਅੱਗੋਂ ਕੀ ਹੋਵੇਗਾ ਇਸ ਬਾਰੇ ਪੱਕ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਲਿਖਤ ਦੇ ਆਕਾਰ ਦੇ ਇਸ ਕਦਰ ਵੱਧ ਜਾਣ ਦੀ ਪ੍ਰਮੁੱਖ ਵਜ੍ਹਾ ਇਹ ਹੈ ਕਿ ਵਰਤਮਾਨ ਦੇ ਹਰ ਮਸਲੇ ਦੀ ਤੰਦ ਅਖੀਰ ਵਿੱਚ ਅਤੇ ਅਟੱਲ ਤੌਰ ਤੇ ਅਤੀਤ ਨਾਲ ਗੂੜੇ ਤੇ ਚੀੜੇ ਰੂਪ ਵਿੱਚ ਜਾ ਜੁੜਦੀ ਹੈ। ਇਸ ਕਰਕੇ ਵਾਰ-ਵਾਰ ਅਤੀਤ ਵੱਲ ਮੁੜਨਾ ਪੈਂਦਾ ਹੈ। ਅਜਿਹੇ ਮੌਕੇ ਅਤੀਤ ਵਰਤਮਾਨ ਵਿੱਚ ਹੀ ਸਮਾ ਜਾਂਦਾ ਹੈ। ਦੋਨਾਂ ਵਿਚਕਾਰ ਕੋਈ ਕਤਈ ਵੰਡ ਕਰਨੀ ਮੁਮਕਿਨ ਨਹੀਂ ਹੁੰਦੀ। ਹਾਕਮਾਂ ਦੇ ਜਾਂ ਹਾਕਮਾਂ ਦੀ ਦ੍ਰਿਸ਼ਟੀ ਤੋਂ ਲਿਖੇ ਗਏ ਇਤਿਹਾਸ ਦੇ ਟਾਕਰੇ ਵਿੱਚ ਲੋਕਾਂ ਦੇ ਇਤਿਹਾਸ ਦੀ ਗੱਲ ਕਰਨ ਵਾਲੇ ਅਮਰੀਕੀ ਵਿਦਵਾਨ ਪ੍ਰੋਫੈਸਰ ਹਾਵਰਡ ਜਿੰਨ ਦਾ ਕਹਿਣਾ ਹੈ ਕਿ ਕਿਸੇ ਮਸਲੇ ਦਾ ਖੁਰਾ ਨੱਪਦਿਆਂ ਅੱਗੇ ਤੇ ਪਿੱਛੇ ਵੱਲ ਦੋਨੋਂ ਹੀ ਦਿਸ਼ਾਵਾਂ ਵਿੱਚ ਜਿੱਥੋਂ ਤੱਕ ਵੀ ਜਾਣਾ ਪਵੇ ਜਾਣਾ ਚਾਹੀਦਾ ਹੈ। ਅਜਿਹਾ ਕਰਦਿਆਂ ਸਦੀਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਮਿਸਾਲ ਦੇ ਤੌਰ ਤੇ ਹੱਥਲੀ ਜਿਲਦ ਸਿੱਧੀ ਆਪਰੇਸ਼ਨ ਵੁੱਡਰੋਜ਼ ਨਾਲ ਹੀ ਸ਼ੁਰੂ ਕੀਤੀ ਜਾ ਸਕਦੀ ਸੀ, ਪਰ ਮਨ ਅੰਦਰ ਸਵਾਲ ਖੜਾ ਹੋ ਗਿਆ ਕਿ ਭਾਰਤੀ ਹਾਕਮਾਂ ਵੱਲੋਂ ਦਰਬਾਰ ਸਾਹਿਬ ਉੱਤੇ ਐਡਾ ਭਾਰੀ ਕਹਿਰ ਵਰਤਾ ਦੇਣ ਤੋਂ ਬਾਅਦ ਉਹਨਾਂ ਨੂੰ ਆਪਰੇਸ਼ਨ ਵੁੱਡਰੋਜ਼ ਕਰਨ ਦੀ ਕੀ ਆਖਰ ਪੈ ਗਈ ਸੀ ਅਤੇ ਉਸ ਤੋਂ ਵੀ ਅੱਗੇ ਵੱਧ ਕੇ ਉਹਨਾਂ ਦੇ ਸਾਹਮਣੇ ਨਵੰਬਰ 84 ਦਾ ਸਾਕਾ ਵਰਤਾਉਣ ਦੀ ਕੀ ਲੋੜ ਅਥਵਾ ਤੱਦੀ ਖੜੀ ਹੋ ਗਈ ਸੀ ਅਤੇ ਫਿਰ ਇਹ ਸਿਲਸਿਲਾ ਨਵੰਬਰ 84 ਤੇ ਹੀ ਜਾ ਕੇ ਰੁਕ ਕਿਉਂ ਨਾ ਗਿਆ। ਉਸ ਤੋਂ ਬਾਅਦ ਇੰਨੀਆਂ ਕਹਿਰਵਾਨ ਹਾਲਤਾਂ ਦੇ ਬਾਵਜੂਦ ਸਿੱਖ ਫਿਰ ਵੀ ਕਿਉਂ ਇੱਕ ਦਹਾਕੇ ਤੱਕ ਲਗਾਤਾਰ ਲੜਦੇ ਤੇ ਮਰਦੇ ਰਹੇ? ਕਿਹੜੀ ਗੱਲ ਸੀ ਜਿਹੜੀ ਉਹਨਾਂ ਨੂੰ ਵਰਦੀ ਅੱਗ ਵਿੱਚ ਛਾਲਾਂ ਮਾਰਨ ਲਈ ਪ੍ਰੇਰਿਤ ਜਾਂ ਉਤੇਜਿਤ ਕਰਦੀ ਸੀ? ਸਾਬਕਾ ਮੇਜਰ ਜਨਰਲ ਸਰਦਾਰ ਨਰਿੰਦਰ ਸਿੰਘ ਦੀ ਇਹ ਬਹੁਤ ਹੀ ਤੀਬਰ ਇੱਛਾ ਸੀ ਕਿ ਇਹਨਾਂ ਸਵਾਲਾਂ ਦਾ ਜਚਵਾਂ ਜਵਾਬ ਦਿੱਤਾ ਜਾਵੇ। ਜਨਰਲ ਸਾਹਿਬ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਦੇ ਦਿਲ ਦੀ ਇੱਛਾ ਪੂਰੀ ਕਰਦਿਆਂ ਹੱਥਲੀ ਜਿਲਦ ਦੇ ਪਹਿਲੇ 2 ਕਾਂਡ ਇਹਨਾਂ ਹੀ ਸਵਾਲਾਂ ਨੂੰ ਮੁਖਾਤਬ ਹਨ। ਸਿੱਖਾਂ ਦੇ ਸ਼੍ਰੀ ਹਰਿਮੰਦਰ ਸਾਹਿਬ ਨਾਲ ਅਨੋਖੇ ਰਿਸ਼ਤੇ ਅਤੇ ਨਾਲ ਹੀ ਉਹਨਾਂ ਦੇ ਕੁਰਬਾਨੀ ਤੇ ਸ਼ਹਾਦਤ ਦੇ ਅਨੋਖੇ ਸ਼ੌਂਕ ਤੇ ਪਰੰਪਰਾ ਨੂੰ ਜਾਣੇ ਤੇ ਸਮਝੇ ਬਿਨਾਂ ਇਹਨਾਂ ਸਵਾਲਾਂ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਮਿਲ ਸਕਦਾ। ਇਸ ਕਰਕੇ ਵਰਤਮਾਨ ਦੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਲਈ ਸਾਨੂੰ ਅਤੀਤ ਵਿੱਚ ਜਾਣਾ ਪਿਆ ਹੈ। 11 ਸਤੰਬਰ 2001 ਨੂੰ ਇਸਲਾਮੀ ਮੁਜਾਹਿਦੀਨਾਂ ਦੇ ਆਤਮਘਾਤੀ ਦਸਤਿਆਂ ਵੱਲੋਂ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਨੂੰ 2 ਹਵਾਈ ਜਹਾਜ਼ਾਂ ਦੀ ਟੱਕਰ ਮਾਰ ਕੇ ਨੇਸਤੋ ਨਾਬੂਦ ਕਰ ਦਿੱਤੇ ਜਾਣ ਦੀ ਘਟਨਾ ਦਾ ਇਤਿਹਾਸਕ ਮਹੱਤਵ ਦਰਸਾਉਂਦੇ ਹੋਏ ਇੱਕ ਅਮਰੀਕੀ ਪੱਤਰਕਾਰ ਨੇ ਇਸ ਨੂੰ ਇਸ ਸਦੀ ਨੂੰ ਲੱਛਣਾਉਂਦੀ ਘਟਨਾ ਕਿਹਾ ਸੀ। ਉਸ ਦਾ ਕਹਿਣਾ ਸੀ ਕਿ ਇਉਂ ਜਾਪਿਆ ਸੀ ਜਿਵੇਂ ਇਤਿਹਾਸ ਦੀਆਂ ਰਚਨਾ ਤਖਤੀਆਂ ਹੀ ਹਿੱਲ ਗਈਆਂ ਹੋਣ। 1984 ਦੀਆਂ ਘਟਨਾਵਾਂ ਵੀ ਸਿੱਖ ਕੌਮ ਲਈ ਕੁਝ ਅਜਿਹੀ ਹੀ ਅਹਿਮੀਅਤ ਰੱਖਦੀਆਂ ਹਨ।
ਪਹਿਲਾਂ ਜੂਨ ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਕਹਿਰ ਭਰਿਆ ਫੌਜੀ ਹਮਲਾ ਤੇ ਫਿਰ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਦਿੱਲੀ ਤੇ ਦੇਸ਼ ਦੇ 80 ਦੇ ਕਰੀਬ ਹੋਰਨਾਂ ਸ਼ਹਿਰਾਂ ਤੇ ਕਸਬਿਆਂ ਅੰਦਰ ਸਿੱਖਾਂ ਦਾ ਵਸੀਹ ਪੈਮਾਨੇ ਤੇ ਕੀਤਾ ਗਿਆ ਸਮੂਹਿਕ ਕਤਲੇਆਮ। ਉੱਪਰੋਂ ਥੱਲੇ ਵਾਪਰੇ ਇਹ ਦੋ ਖੂਨੀ ਕਾਂਡ ਇੱਕ ਦੂਜੇ ਨਾਲੋਂ ਨਿਖੜੇ ਹੋਏ ਨਹੀਂ ਸਨ। ਨਵੰਬਰ 84 ਜੂਨ 84 ਨਾਲ ਸ਼ੁਰੂ ਹੋਏ ਅਮਲ ਦਾ ਹੀ ਛੇਕੜ ਸੀ, ਪਰ ਇਹ ਇਹਨਾਂ ਅਰਥਾਂ ਵਿੱਚ ਛੇਕੜ ਨਹੀਂ ਸੀ ਕਿ ਇਸ ਨਾਲ ਇਸ ਅਮਲ ਦਾ ਅੰਤ ਹੋ ਗਿਆ ਸੀ। ਜੂਨ 84 ਦੇ ਸਾਕੇ ਨਾਲ ਆਰੰਭ ਹੋਏ ਖੂਨੀ ਵਰਤਾਰੇ ਦਾ ਨਵੰਬਰ 84 ਦੇ ਕਤਲੇਆਮ ਨਾਲ ਨਿਬੇੜਾ ਨਹੀਂ ਹੋ ਗਿਆ ਸੀ। ਇਹ ਨਿਬੇੜਾ ਉਸ ਤੋਂ ਬਾਅਦ ਵਿੱਚ ਡੋਲੀ ਗਈ ਸਿੱਖਾਂ ਦੀ ਬੇਹਿਸਾਬੀ ਰੱਤ ਨਾਲ ਵੀ ਨਹੀਂ ਸੀ ਹੋਇਆ, ਅੱਜ ਵੀ ਨਹੀਂ ਹੋਇਆ। 1984 ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁੱਭਿਆ ਹੋਇਆ ਹੈ। ਸਿੱਖਾਂ ਦਾ ਅਤੀਤ, ਵਰਤਮਾਨ ਤੇ ਭਵਿੱਖ ਸਾਰੇ 1984 ਵਿੱਚ ਸਿਮਟ ਗਏ ਹਨ। ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ। ਇਸ ਕਰਕੇ 1984 ਦੇ ਵਰਤਾਰੇ ਦੀ ਪੁਣਛਾਣ ਕਰਦਿਆਂ ਨਿਰੋਲ 1984 ਦੀ ਹੱਦਬੰਦੀ ਵਿੱਚ ਬੱਝੇ ਰਹਿਣਾ ਸੰਭਵ ਨਹੀਂ ਹੈ। 1984 ਨੂੰ ਸਮਝਣ ਲਈ ਵਾਰ-ਵਾਰ ਅਤੀਤ ਵੱਲ ਜਾਣਾ ਅਤੇ ਵਰਤਮਾਨ ਤੇ ਭਵਿੱਖ ਨਾਲ ਇਸ ਦਾ ਰਿਸ਼ਤਾ ਨਿਰਧਾਰਿਤ ਕਰਨਾ ਪੈਣਾ ਹੈ। ਇਹ ਇਸ ਕਾਰਜ ਦਾ ਅਤੀ ਜ਼ਰੂਰੀ ਤੇ ਖਾਸੋ ਖਾਸ ਲੱਛਣ ਹੈ। ਇਸ ਕਰਕੇ ਇਸ ਮਸਲੇ ਨਾਲ ਸੰਬੰਧਿਤ ਕਿਸੇ ਵੀ ਡੂੰਘੀ ਲਿਖਤ ਉੱਤੇ ਇਸ ਵਿਸ਼ੇਸ਼ਤਾ ਦੇ ਪ੍ਰਭਾਵ ਪੈਣੇ ਅਟੱਲ ਹਨ। ਹਥਲੀ ਸੈਂਚੀ ਅੰਦਰ ਮੁੱਖ ਤੌਰ ਤੇ ਜੂਨ ਤੋਂ ਲੈ ਕੇ ਦਸੰਬਰ 1984 ਤੱਕ ਦੇ ਕਾਲ ਦੌਰਾਨ ਵਾਪਰੀਆਂ ਅਹਿਮ ਘਟਨਾਵਾਂ ਦਾ ਪੜਚੋਲਵਾਂ ਮੁਲਾਂਕਣ ਕੀਤਾ ਗਿਆ ਹੈ। ਇੱਥੇ ਫਿਰ ਜੇਕਰ ਪ੍ਰੋਫੈਸਰ ਹਾਵਰਡ ਜਿਨ ਦੀ ਸ਼ਬਦਾਵਲੀ ਵਿੱਚ ਗੱਲ ਕਰਨੀ ਹੋਵੇ ਤਾਂ 6 ਮਹੀਨਿਆਂ ਦਾ ਇਹ ਦੌਰ ਇਤਿਹਾਸ ਨਾਲ ਲੱਦਿਆ ਪਿਆ ਹੈ। ਇਸ ਦੌਰਾਨ ਅਜਿਹਾ ਬਹੁਤ ਕੁਝ ਵਾਪਰਿਆ ਸੀ ਜਿਸ ਨੇ ਸਿੱਖ ਭਾਈਚਾਰੇ ਦੀ ਸੋਚ ਤੇ ਸਰਗਰਮੀ ਦਾ ਮੁਹਾਨ ਬਦਲ ਕੇ ਰੱਖ ਦਿੱਤਾ ਸੀ। ਇਸ ਨੇ ਸਿੱਖਾਂ ਨੂੰ ਭਾਰਤ ਅੰਦਰ ਆਪਣੀ ਤਕਦੀਰ ਦੇ ਬਾਰੇ ਵਿੱਚ ਨਵੇਂ ਸਿਰਿਓਂ ਤੇ ਉੱਕਾ ਹੀ ਨਵੀਂ ਤਰ੍ਹਾਂ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ। 1984 ਸਿੱਖਾਂ ਦੀ ਸੋਚ ਦਾ ਕੇਂਦਰ ਬਿੰਦੂ ਬਣ ਗਿਆ। ਇਸ ਕਰਕੇ ਸਿੱਖ ਕੌਮ ਦੇ ਵਰਤਮਾਨ ਤੇ ਭਵਿੱਖ ਨਾਲ ਸੰਬੰਧਿਤ ਕੋਈ ਵੀ ਗੱਲ ਕਰਨ ਲੱਗਿਆਂ 1984 ਨਾਲ ਵਾਰ-ਵਾਰ ਉਲਝਣਾ ਪੈਂਦਾ ਹੈ। ਇੱਕ ਲਿਹਾਜ਼ ਨਾਲ ਹਥਲੀ ਸੈਂਚੀ ਦਾ ਤੀਜਾ ਤੇ ਚੌਥਾ ਕਾਂਡ ਪਹਿਲੀ ਸੈਂਚੀ ਦੇ ਵਿਸ਼ੇ ਦਾ ਦੁਹਰਾਓ ਲੱਗ ਸਕਦਾ ਹੈ, ਪਰ ਸਾਰੇ ਮਸਲੇ ਨੂੰ ਵਧੇਰੇ ਗਹਿਰਾਈ ਤੇ ਵਿਸਥਾਰ ਵਿੱਚ ਜਾ ਕੇ ਸਮਝਣ ਲਈ ਇਹ ਦੁਹਰਾਓ ਜ਼ਰੂਰ ਲੋੜ ਬਣ ਗਈ ਸੀ। ਪਾਠਕ ਇਹਨਾਂ ਕਾਂਡਾਂ ਨੂੰ ਇਸੇ ਦ੍ਰਿਸ਼ਟੀ ਤੋਂ ਹੀ ਪੜ੍ਹਨ। 1984 ਨੂੰ ਭੁੱਲ ਜਾਣ ਦੀਆਂ ਗੱਲਾਂ ਆਮ ਹੋ ਰਹੀਆਂ ਹਨ। ਦੁਸ਼ਮਣ ਅਜਿਹੀ ਗੱਲ ਕਹੇ ਤਾਂ ਹੈਰਾਨੀ ਨਹੀਂ ਹੁੰਦੀ, ਆਪਣੇ ਹੀ ਅਜਿਹੀਆਂ ਗੱਲਾਂ ਕਰਨ ਲੱਗ ਪੈਣ ਤਾਂ ਹੈਰਾਨੀ ਨਾਲੋਂ ਵੱਧ ਕੇ ਗਿਲਾਨੀ ਹੁੰਦੀ ਹੈ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਹ ਗੱਲ ਕਈ ਵਾਰ ਕਹਿ ਚੁੱਕੇ ਹਨ। 4 ਸਾਲ ਪਹਿਲਾਂ ਪਾਰਲੀਮੈਂਟ ਅੰਦਰ 1984 ਦੀਆਂ ਦੁਖਦਾਈ ਘਟਨਾਵਾਂ ਉੱਤੇ ਗੋਲ-ਮੋਲ ਲਹਿਜੇ ਵਿੱਚ ਪਛਤਾਤਾਪ ਪ੍ਰਗਟਾਉਣ ਤੇ ਬਿਨਾਂ ਕਿਸੇ ਸਿਰ ਮੂੰਹ ਦੇ ਮਾਫੀ ਦੀ ਗੱਲ ਕਰਨ ਵੇਲੇ ਵੀ ਉਹਨਾਂ ਨੇ ਸਿੱਖਾਂ ਨੂੰ ਇਸ ਕਾਂਡ ਨੂੰ ਮਨਾਂ ਚੋਂ ਭੁਲਾ ਦੇਣ ਦੀ ਨਸੀਹਤ ਦਿੱਤੀ ਸੀ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਇਹ ਗੱਲ ਉਹਨਾਂ ਫਿਰ ਦੁਹਰਾਈ। ਅਜਿਹੀਆਂ ਗੱਲਾਂ ਜਾਂ ਤਾਂ ਬੇਸਮਝੀ ਦਾ ਨਤੀਜਾ ਹੁੰਦੀਆਂ ਹਨ ਤੇ ਜਾਂ ਕਿਸੇ ਖਾਸ ਰਾਜਸੀ ਮਨੋਰਥ ਨੂੰ ਮੁੱਖ ਰੱਖ ਕੇ ਕੀਤੀਆਂ ਜਾਂਦੀਆਂ ਹਨ। ਡਾਕਟਰ ਮਨਮੋਹਨ ਸਿੰਘ ਉੱਤੇ ਬੇਸਮਝੀ ਦਾ ਦੋਸ਼ ਨਹੀਂ ਲੱਗ ਸਕਦਾ। ਇਸ ਕਰਕੇ ਜਦੋਂ ਉਹ ਸਿੱਖਾਂ ਨੂੰ 1984 ਨੂੰ ਮਨੋਵਿਸਾਰ ਦੇਣ ਦੀ ਮੱਤ ਦਿੰਦੇ ਹਨ ਤਾਂ ਇਸ ਵਿੱਚੋਂ ਨਿਸ਼ਚਿਤ ਤੌਰ ਤੇ ਇੱਕ ਵਿਸ਼ੇਸ਼ ਰਾਜਨੀਤੀ ਬੋਲ ਰਹੀ ਹੁੰਦੀ ਹੈ। ਇਸ ਰਾਜਨੀਤੀ ਨੂੰ ਬੁੱਝਣਾ ਰੱਤੀ ਭਰ ਵੀ ਔਖਾ ਨਹੀਂ। ਜਰਾ ਸੋਚੋ, ਸਿੱਖਾਂ ਨੂੰ 84 ਨੂੰ ਭੁੱਲ ਜਾਣ ਦੀਆਂ ਕੁਮੱਤਾਂ ਦੇਣ ਵਾਲੇ ਆਪੂ 1919 ਨੂੰ ਕਿਉਂ ਨਹੀਂ ਭੁੱਲ ਜਾਂਦੇ? ਕਿਉਂ ਹਰ ਸਾਲ 13 ਅਪ੍ਰੈਲ ਨੂੰ ਜਲਿਆਂਵਾਲੇ ਬਾਗ ਅੰਦਰ ਜੁੜ ਕੇ 90 ਸਾਲ ਪਹਿਲਾਂ ਵਾਪਰੀ ਘਟਨਾ ਦੀ ਮਿੱਟੀ ਪੁੱਟੀ ਜਾਂਦੀ ਹੈ? ਜਲਿਆਂਵਾਲੇ ਬਾਗ ਅੰਦਰ ਗੋਲੀਆਂ ਚਲਾਉਂਦੀ ਅੰਗਰੇਜ਼ ਪੁਲਿਸ ਦੇ ਚਿੱਤਰਾਂ ਅਤੇ ਕੰਧਾਂ ਉੱਤੇ ਵੱਜੀਆਂ ਗੋਲੀਆਂ ਦੇ ਨਿਸ਼ਾਨਾਂ ਨੂੰ ਅਜੇ ਤੱਕ ਸੰਭਾਲ ਕੇ ਕਿਉਂ ਰੱਖਿਆ ਜਾ ਰਿਹਾ ਹੈ? ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਕਲੀ ਕੂਚਾ ਕਰਕੇ ਮੇਟ ਕਿਉਂ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਅੰਦਰ ਜੂਨ 84 ਵਿੱਚ ਭਾਰਤੀ ਫੌਜ ਦੁਆਰਾ ਕੀਤੀ ਗਈ ਤਬਾਹੀ ਦੇ ਸਾਰੇ ਨਿਸ਼ਾਨ ਮੇਟ ਦਿੱਤੇ ਗਏ ਹਨ? ਇਹ ਦੋਗਲੀਆਂ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਹਨ? ਇਹਨਾਂ ਵਿੱਚੋਂ ਕਿਹੋ ਜਿਹੀ ਮਾਨਸਿਕਤਾ ਪ੍ਰਗਟ ਹੁੰਦੀ ਹੈ? ਹਥਲੀ ਸੈਂਚੀ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਰੀਤੂ ਮੈਨਨ ਲਿਖਦੀ ਹੈ ਕਿ ਜੁਰਮਾਂ ਨੂੰ ਬਿਨਾਂ ਸਜ਼ਾ ਦਿੱਤੇ ਰਹਿਣ ਦੇਣਾ ਰੱਬ ਤੇ ਸਾਧਾਰਨ ਬੁੱਧੀ ਦੋਵਾਂ ਦੇ ਹੀ ਖਿਲਾਫ ਹੈ। ਰੱਬ ਦੇ ਦੋਖੀਆਂ ਨੂੰ ਕਿੱਥੇ ਢੋਈ ਮਿਲੇਗੀ? ਇਸ ਸਬੰਧ ਵਿੱਚ ਐਡਵਰਡ ਸੈਦ ਦਾ ਕਹਿਣਾ ਸੀ ਕਿ ਸਿਰਫ ਯਾਦ ਰੱਖਿਆਂ ਹੀ ਕੌੜੀਆਂ ਯਾਦਾਂ ਤੋਂ ਸੁਰਖਰੂ ਹੋਇਆ ਜਾ ਸਕਦਾ ਹੈ। ਜਰਮਨ ਨਾਜ਼ੀਆਂ ਦੁਆਰਾ ਸਥਾਪਿਤ ਕੀਤੇ ਗਏ ਅਨੇਕਾਂ ਹੀ ਤਸੀਹਾ ਕੇਂਦਰਾਂ ਵਿੱਚੋਂ ਔਸ਼ਵਿਜ਼ ਦਾ ਤਸੀਹਾ ਕੇਂਦਰ ਸਭ ਨਾਲੋਂ ਵੱਧ ਬਦਨਾਮ ਹੋਇਆ ਸੀ।
ਦੂਜੀ ਸੰਸਾਰ ਜੰਗ ਦੇ ਆਖਰੀ ਦਿਨਾਂ ਵਿੱਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਨੇ 27 ਜਨਵਰੀ 1945 ਦੇ ਦਿਨ ਇਸ ਨੂੰ ਨਾਜ਼ੀਆਂ ਦੇ ਚੁੰਗਲ ਤੋਂ ਮੁਕਤ ਕਰਾ ਲਿਆ ਸੀ। 27 ਜਨਵਰੀ 2005 ਨੂੰ ਇਸ ਬੰਦ ਖਲਾਸੀ ਦੀ 60ਵੀਂ ਵਰ੍ਹੇਗੰਢ ਦੇ ਮੌਕੇ ਤੇ ਔਸ਼ਵਿਜ਼ ਵਿਖੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਜਥੇਬੰਦ ਕੀਤਾ ਗਿਆ ਸੀ। ਉਸ ਦਿਨ ਤਾਪਮਾਨ 0 ਤੋਂ ਵੀ ਹੇਠਾਂ ਸੀ, ਫਿਰ ਵੀ ਲਗਾਤਾਰ ਗਿਰ ਰਹੀ ਬਰਫ਼ ਅਤੇ 10,000 ਤੋਂ ਵੀ ਵੱਧ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਵਿੱਚੋਂ 1000 ਦੇ ਕਰੀਬ ਉਹ ਖੁਸ਼ਕਿਸਮਤ ਕਹਿ ਲਵੋ ਜਾਂ ਬਦਕਿਸਮਤ ਜੀ ਸਨ, ਜਿਨ੍ਹਾਂ ਨੂੰ ਐਨ ਆਖਰੀ ਮੌਕੇ ਮੌਤ ਦੇ ਜਬਾੜਿਆਂ ਚੋਂ ਕੱਢ ਲਿਆ ਗਿਆ ਸੀ। 44 ਸਰਕਾਰਾਂ ਦੇ ਮੁਖੀਆਂ ਸਮੇਤ ਦਰਜਨਾਂ ਦੀ ਸੰਖਿਆ ਵਿੱਚ ਚਰਚਾਂ ਦੇ ਨੁਮਾਇੰਦਿਆਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀ। ਮੌਤ ਦੇ ਮੂੰਹ ਵਿੱਚੋਂ ਬਚ ਕੇ ਨਿਕਲੇ ਲੋਕਾਂ ਨੇ ਆਪਣੇ ਨਾਲ ਬੀਤੀਆਂ ਦਿਲ ਕੰਬਾਊ ਵਾਰਦਾਤਾਂ ਦੇ ਅਨੇਕਾਂ ਕਿੱਸੇ ਇਕੱਠ ਵਿੱਚ ਜੁੜੇ ਲੋਕਾਂ ਨਾਲ ਸਾਂਝੇ ਕੀਤੇ ਸਨ। ਹਰ ਇੱਕ ਦਾ ਇਹੀ ਕਹਿਣਾ ਸੀ ਕਿ ਨਵੀਆਂ ਪੀੜ੍ਹੀਆਂ ਨੂੰ ਇਸ ਵਹਿਸ਼ੀਪੁਣੇ ਦੀ ਲਗਾਤਾਰ ਯਾਦ ਕਰਾਉਣੀ ਜ਼ਰੂਰੀ ਹੈ ਤਾਂ ਜੋ ਅਜਿਹੀ ਵਹਿਸ਼ਤ ਦੁਬਾਰਾ ਨਾ ਵੇਖਣੀ ਪਵੇ। ਜ਼ੁਲਮਾਂ ਉੱਤੇ ਮਿੱਟੀ ਪਾਉਣ ਦੇ ਯਤਨ ਕਰੋਗੇ ਤਾਂ ਇਹ ਮੁੜ ਆਪਣਾ ਮਨਹੂਸਪੁਣਾ ਲੈ ਕੇ ਹਾਜ਼ਰ ਹੋ ਜਾਣਗੇ। ਇਸ ਗੱਲੋਂ ਵਾਰ-ਵਾਰ ਖਬਰਦਾਰ ਕੀਤਾ ਗਿਆ ਸੀ ਕਿ ਕੁਝ ਤਾਕਤਾਂ ਇਹ ਪੁਰਜ਼ੋਰ ਯਤਨ ਕਰ ਰਹੀਆਂ ਹਨ ਕਿ ਇਸ ਸਾਕੇ ਨੂੰ ਹੁਣ ਮਨੋਂ ਭੁਲਾ ਦਿੱਤਾ ਜਾਏ। ਇਸ ਗੱਲ ਉੱਤੇ ਭਾਰੀ ਔਖ ਜਤਾਈ ਗਈ ਸੀ ਕਿ ਇਤਿਹਾਸ ਦੀ ਨੰਗੀ ਤੇ ਕੁਹਜੀ ਹਕੀਕਤ ਤੋਂ ਸਾਫ਼ ਤੌਰ ਤੇ ਮੁੱਕਰ ਜਾਣ ਅਤੇ ਵੇਲੇ ਦੀਆਂ ਰਾਜਸੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਤੱਥਾਂ ਨੂੰ ਰੱਦਣ ਬਦਲਣ ਦੀਆਂ ਸੁਚੇਤ ਬੱਧ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਵੀਂ ਪੀੜ੍ਹੀ ਦੇ ਮਨ ਮਸਤਕ ਉੱਤੇ ਨਵਾਂ ਇਤਿਹਾਸ ਅੰਕਿਤ ਕੀਤਾ ਜਾਵੇ। ਹਥਲਾ ਕਾਰਜ ਸਿੱਖ ਕੌਮ ਨੂੰ ਅਜਿਹੀ ਮੰਦ ਹੋਣੀ ਤੋਂ ਬਚਾਉਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ, ਬਾਕੀ ਵਾਹਿਗੁਰੂ ਦੇ ਹੱਥ ਹੈ। ਸ਼੍ਰੀ ਦਰਬਾਰ ਸਾਹਿਬ ਦਾ ਨਿਆਰਾ ਮਹੱਤਵ। ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉੱਤੇ ਸੰਭਲ ਕਦਮ ਰੱਖੋ। ਹਰ ਇੱਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ। ਪ੍ਰੋਫੈਸਰ ਪੂਰਨ ਸਿੰਘ। ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਸਿੱਖਾਂ ਦੇ ਸ਼੍ਰੋਮਣੀ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਗਏ ਹਮਲੇ ਉਪਰੰਤ ਪੈਦਾ ਹੋਈ ਹਾਲਤ ਬਾਰੇ ਹਰ ਟਿੱਪਣੀਕਾਰ, ਉਸ ਦੀ ਕੌਮ, ਜ਼ਾਤ ਜਾਂ ਵਿਚਾਰਧਾਰਾ ਕੋਈ ਵੀ ਹੋਵੇ, ਇਸ ਨਿਰਣੇ ਤੇ ਅਪੜਿਆ ਕਿ ਇਸ ਘਟਨਾ ਨੇ ਆਮ ਰੂਪ ਵਿੱਚ ਹੀ ਸਿੱਖ ਭਾਈਚਾਰੇ ਅੰਦਰ ਭਾਰਤੀ ਰਾਜ ਪ੍ਰਤੀ ਗੁੱਸੇ ਤੇ ਬੇਗਾਨਗੀ ਦੀ ਤੀਬਰ ਤਰੰਗ ਪੈਦਾ ਕਰ ਦਿੱਤੀ ਸੀ। ਸਿੱਖ ਜਗਤ ਅੰਦਰ ਇਸ ਘਟਨਾ ਲਈ ਜ਼ਿੰਮੇਵਾਰ ਤੱਥਾਂ, ਤਾਕਤਾਂ ਤੇ ਵਿਅਕਤੀਆਂ ਬਾਰੇ ਸਮਝ ਦੇ ਵਖਰੇਵਿਆਂ ਦੇ ਬਾਵਜੂਦ ਸਿੱਖਾਂ ਦੇ ਲਗਭਗ ਸਾਰੇ ਵਰਗਾਂ ਨੇ ਭਾਰਤ ਅੰਦਰ ਹਿੰਦੂ ਹੁਕਮਰਾਨਾਂ ਹੱਥੋਂ ਅਪਮਾਨਿਤ ਹੋਏ ਮਹਿਸੂਸ ਕੀਤਾ ਅਤੇ ਇਸ ਵਾਰਦਾਤ ਨੂੰ ਆਜ਼ਾਦ ਭਾਰਤ ਅੰਦਰ ਸਿੱਖ ਕੌਮ ਨਾਲ ਹੋਈਆਂ ਵਸੀਹ ਬੇਇਨਸਾਫੀਆਂ ਤੇ ਵਧੀਕੀਆਂ ਦੇ ਸਿਲਸਿਲੇ ਦੀ ਇੰਤਹਾ ਵਜੋਂ ਲਿਆ ਗਿਆ। ਸੁਭਾਵਿਕ ਹੀ ਇਸ ਹਮਲੇ ਦੀ ਸਭ ਤੋਂ ਵੱਧ ਕਸਕ ਧਾਰਮਿਕ ਸ਼ਰਧਾ ਭਾਵ ਰੱਖਣ ਵਾਲੇ ਸਿੱਖ ਵਰਗ ਨੇ ਮੰਨੀ। ਸਿੱਖ ਜਗਤ ਅੰਦਰ ਇਸ ਵਰਗ ਦੀ ਗਿਣਤੀ ਨਿਗੂਣੀ ਨਹੀਂ, ਚੌਖੀ ਹੈ। ਇਹ ਗੱਲ ਨਹੀਂ ਕਿ ਆਪਣੇ ਧਾਰਮਿਕ ਸ਼ਰਧਾ ਭਾਵ ਦੀ ਵਜ੍ਹਾ ਕਰਕੇ ਇਹ ਵਰਗ ਹਮਲੇ ਤੋਂ ਪਹਿਲਾਂ ਆਮ ਰੂਪ ਵਿੱਚ ਹੀ ਰਾਜ ਜਾਂ ਸਰਕਾਰ ਵਿਰੋਧੀ ਝੁਕਾਅ ਰੱਖਦਾ ਸੀ। ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਪਹਿਲਾਂ ਇਹ ਵਰਗ ਰਾਜਸੀ ਵਿਚਾਰਧਾਰਾ ਤੇ ਵਫਾਦਾਰੀ ਦੇ ਪੱਖੋਂ ਵੰਨ-ਸੁਵੰਨੀ ਤਸਵੀਰ ਮੁਹੱਈਆ ਕਰਦਾ ਸੀ। 1947 ਤੋਂ ਬਾਅਦ ਭਾਰਤ ਅੰਦਰ ਸਿੱਖ ਕੌਮ ਨੂੰ ਲਗਾਤਾਰ ਭੁਗਤਣੀ ਪੈ ਰਹੀ ਫਿਰਕੂ ਵਿਤਕਰੇਬਾਜ਼ੀ, ਧੱਕੇ ਧੌੜੇ ਤੇ ਬੇਇਨਸਾਫੀਆਂ ਦੇ ਬਾਵਜੂਦ ਧਾਰਮਿਕ ਸ਼ਰਧਾ ਭਾਵ ਰੱਖਣ ਵਾਲੇ ਸਿੱਖ ਵਰਗ ਦੇ ਵਸੀਹ ਹਿੱਸੇ ਭਾਰਤੀ ਰਾਜ ਭਾਗ ਨਾਲ ਚੀੜੇ ਰੂਪ 'ਚ ਜੁੜੇ ਆ ਰਹੇ ਸਨ। ਉਹਨਾਂ ਚੋਂ ਕੁਝ ਕੁ ਅਲੱਗ-ਅਲੱਗ ਖੇਤਰਾਂ ਅੰਦਰ ਉੱਚੀਆਂ ਪਦਵੀਆਂ ਤੇ ਸੁਸ਼ੋਭਿਤ ਸਨ, ਜਿਨ੍ਹਾਂ ਨੂੰ ਵਿਅਕਤੀਗਤ ਜਾਂ ਸਮੂਹਕ ਪੱਧਰ ਤੇ ਭਾਰਤੀ ਰਾਜ ਪ੍ਰਬੰਧ ਦੇ ਖਿਲਾਫ ਕੋਈ ਵੱਡੀ ਸ਼ਿਕਾਇਤ ਨਹੀਂ ਸੀ। ਉਹਨਾਂ ਚੋਂ ਬਹੁਤੇ ਆਮ ਕਰਕੇ ਹੀ ਰਾਜਨੀਤੀ ਤੋਂ ਪਰਹੇਜ਼ ਕਰਕੇ ਚੱਲ ਰਹੇ ਸਨ। ਸਿੱਖ ਰਾਜਨੀਤੀ ਤੋਂ ਤਾਂ ਖਾਸ ਕਰਕੇ ਹੀ। ਉਹਨਾਂ ਚੋਂ ਕਈਆਂ ਦਾ ਸਿੱਖ ਕੌਮ ਦੀਆਂ ਰਾਜਸੀ ਉਮੰਗਾਂ ਪ੍ਰਤੀ ਵਤੀਰਾ ਖਾਸ ਕਰਕੇ ਨੱਕ ਚਾੜਵਾਂ ਸੀ। ਆਪਣੇ ਆਪ ਨੂੰ ਧਾਰਮਿਕ ਤੌਰ ਤੇ ਸਿੱਖ ਭਾਈਚਾਰੇ ਦਾ ਅੰਗ ਸਮਝਦੇ ਹੋਏ ਵੀ ਉਹ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਭਾਰਤੀ ਰਾਜ ਦੇ ਸੁਤੰਤਰ ਨਾਗਰਿਕ ਤਸੱਵਰ ਕਰਦੇ ਸਨ ਅਤੇ ਆਪਣੇ ਇਸ ਸੈਕੂਲਰ ਅਕੀਦੇ ਉੱਤੇ ਉਚੇਚਾ ਫਖਰ ਮਹਿਸੂਸ ਕਰਦੇ ਸਨ। ਪਰੰਤੂ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਦੀ ਵਾਰਦਾਤ ਨੇ ਇਸ ਵਰਗ ਦੀ ਸੋਚ ਅਤੇ ਸੰਵੇਦਨਾ ਨੂੰ ਇੱਕ ਜ਼ੋਰਦਾਰ ਝੰਜੋੜਾ ਦੇ ਦਿੱਤਾ, ਜਿਸ ਨਾਲ ਭਾਰਤੀ ਰਾਜ ਅੰਦਰ ਸਿੱਖਾਂ ਦੀ ਸਥਿਤੀ ਤੇ ਰੁਤਬੇ ਬਾਰੇ ਇਸ ਵਰਗ ਦੇ ਸਵੈ ਸਿਰਜੇ ਭਰਮ ਚਕਨਾਚੂਰ ਹੋ ਕੇ ਰਹਿ ਗਏ। ਭਰਮਾਂ ਦੇ ਸੰਸਾਰ ਵਿੱਚ ਸੁਖੀ ਵਸ ਰਹੇ ਇਸ ਵਰਗ ਨੇ ਆਪਣੇ ਆਪ ਨੂੰ ਅਚਾਨਕ ਇੱਕ ਕੌੜੇ ਅਤੇ ਦੁਖਾਵੇਂ ਰਾਜਨੀਤਿਕ ਯਥਾਰਥ ਦੇ ਸਨਮੁਖ ਖਲੋਤੇ ਪਾਇਆ। ਇਸ ਨਾਲ ਕਈਆਂ ਦੀ ਸੋਚ ਅੰਦਰ ਇੱਕਦਮ ਤਿੱਖਾ ਬਦਲਾਅ ਆ ਗਿਆ।
ਕਈਆਂ ਦੀਆਂ ਖੜੇ ਪੈਰੀਂ ਰਾਜਸੀ ਵਫਾਦਾਰੀਆਂ ਬਦਲ ਗਈਆਂ। ਉਹਨਾਂ ਆਜ਼ਾਦ ਭਾਰਤ ਅੰਦਰ ਆਪਣੇ ਆਪ ਨੂੰ ਪਹਿਲੀ ਵੇਰ ਇੱਕ ਦਬਾਏ ਤੇ ਦੁਰਕਾਰੇ ਹੋਏ ਘੱਟ ਗਿਣਤੀ ਭਾਈਚਾਰੇ ਦਾ ਅੰਗ ਮਹਿਸੂਸ ਕੀਤਾ। ਸ਼ਰਧਾਲੂ ਸਿੱਖਾਂ ਦੇ ਮਨਾਂ ਉੱਤੇ ਤਾਂ ਜੋ ਬੀਤੀ ਸੋ ਬੀਤੀ, ਜਿਹੜੇ ਸਿੱਖ ਸਮੇਂ ਦੇ ਦੁਸ਼ਪ੍ਰਭਾਵਾਂ ਹੇਠ ਆਪਣੇ ਧਾਰਮਿਕ ਵਿਸ਼ਵਾਸਾਂ ਤੇ ਸੰਸਕਾਰਾਂ ਨੂੰ ਤਿਲਾਂਜਲੀ ਦੇ ਗਏ ਸਨ ਅਤੇ ਜਿਨ੍ਹਾਂ ਨੇ ਆਪਣੀ ਸਿੱਖ ਪਛਾਣ ਤੇ ਵਿਰਾਸਤ ਨੂੰ ਅਮਲੀ ਤੌਰ ਤੇ ਭੁਲਾ ਦਿੱਤਾ ਹੋਇਆ ਸੀ, ਉਹਨਾਂ ਨੂੰ ਵੀ ਆਪਣੇ ਮਾਨਸਿਕ ਸੰਸਾਰ ਅੰਦਰ ਵੱਡੀ ਖਲਬਲੀ ਮਚੀ ਮਹਿਸੂਸ ਹੋਈ। ਦਰਬਾਰ ਸਾਹਿਬ ਉੱਤੇ ਹਮਲੇ ਦੀ ਖਬਰ ਸੁਣਦਿਆਂ ਹੀ ਉਹਨਾਂ ਦੀਆਂ ਆਪਣੇ ਧਰਮ, ਸੱਭਿਆਚਾਰ ਤੇ ਵਿਰਸੇ ਨਾਲ ਸਾਂਝਾਂ ਮੁੜ ਹਰੀਆਂ ਹੋ ਗਈਆਂ ਅਤੇ ਉਹਨਾਂ ਦੇ ਮਨਾਂ ਅੰਦਰ ਇੱਕਦਮ ਤੇ ਆਪ ਮੁਹਾਰੇ ਹੀ ਸਿੱਖੀ ਪ੍ਰੇਮ ਤੇ ਜਜ਼ਬੇ ਦੀਆਂ ਛੱਲਾਂ ਵਗ ਤੁਰੀਆਂ। ਇੱਥੋਂ ਤੱਕ ਕਿ ਉਹ ਸਿੱਖ ਜਿਹੜੇ ਮਾਰਕਸਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਚੜ੍ਹਦੀ ਉਮਰੇ ਧਰਮ ਤੋਂ ਆਮ ਰੂਪ ਵਿੱਚ ਹੀ ਆਕੀ ਹੋ ਗਏ ਸਨ, ਉਹਨਾਂ ਚੋਂ ਵੀ ਬਹੁਤ ਸਾਰਿਆਂ ਅੰਦਰ ਮੁੜ ਤੋਂ ਸਿੱਖੀ ਪਿਆਰ ਦਾ ਅਮੋੜ ਜਜ਼ਬਾ ਉਮੜ ਆਇਆ ਅਤੇ ਉਹਨਾਂ ਮੁੱਦਤਾਂ ਬਾਅਦ ਆਪਣੇ ਆਪ ਨੂੰ ਘਰ ਪਰਤੇ ਮਹਿਸੂਸ ਕੀਤਾ। ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿੱਚ ਆਮ ਸਧਾਰਨ ਸਿੱਖ, ਜਿਨ੍ਹਾਂ ਦਾ ਸਿੱਖ ਮਸਲਿਆਂ ਜਾਂ ਸਿੱਖ ਰਾਜਨੀਤੀ ਨਾਲ ਇਸ ਤੋਂ ਪਹਿਲਾਂ ਉੱਕਾ ਹੀ ਕੋਈ ਵਜ੍ਹਾ ਵਾਸਤਾ ਨਹੀਂ ਸੀ ਅਤੇ ਜੋ ਬਾਹਰ ਮੁਖੀ ਹਾਲਤਾਂ ਤੋਂ ਬੇਵਾਸਤਾ ਆਪੋ ਆਪਣੇ ਧੰਦਿਆਂ ਕਾਰੋਬਾਰਾਂ ਵਿੱਚ ਮਸ਼ਰੂਫ ਸਨ। ਹਰਿਮੰਦਰ ਸਾਹਿਬ ਉੱਤੇ ਹਮਲੇ ਦੀ ਖਬਰ ਨੇ ਉਹਨਾਂ ਚੋਂ ਬਹੁਤ ਜਣਿਆਂ ਦੀ ਸੋਚ ਤੇ ਜ਼ਿੰਦਗੀ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ। ਇੱਕ ਅਮਰੀਕਾ ਵਿੱਚ ਜੰਮੇ ਪਲੇ ਸਿੱਖ ਦੇ ਸ਼ਬਦਾਂ ਵਿੱਚ 6 ਜੂਨ 1984 ਸਾਡੇ ਲਈ ਜ਼ੀਰੋ ਟਾਈਮ ਹੋ ਗੁਜ਼ਰਿਆ, ਯਾਨੀ ਕਿ 6 ਜੂਨ 1984 ਤੋਂ ਪਹਿਲਾਂ ਦਾ ਜੀਵਨ ਉਹਨਾਂ ਲਈ ਬੇਮਾਨਾ ਹੋ ਗਿਆ ਸੀ। ਉਹ ਪਹਿਲਾਂ ਕੀ ਸੋਚਦੇ ਜਾਂ ਕਰਦੇ ਕਮਾਉਂਦੇ ਸਨ, ਇਸ ਦਾ ਕੋਈ ਅਰਥ ਮਹੱਤਵ ਨਹੀਂ ਸੀ ਰਿਹਾ। ਹਰਿਮੰਦਰ ਸਾਹਿਬ ਉੱਤੇ ਹਮਲੇ ਦੀ ਖਬਰ ਨਾਲ ਉਹਨਾਂ ਦੇ ਜੀਵਨ ਦੀ ਇੱਕ ਅਸਲੋਂ ਹੀ ਨਵੀਂ ਸ਼ੁਰੂਆਤ ਹੋ ਗਈ ਸੀ। ਜੋ ਪਹਿਲਾਂ ਸਿਰੋਂ ਮੋਨੇ ਸਨ, ਉਹਨਾਂ ਦੇ ਸਿਰਾਂ ਤੇ ਜੂੜੇ ਤੇ ਦਸਤਾਰਾਂ ਪ੍ਰਗਟ ਹੋ ਗਈਆਂ। ਜਿਨ੍ਹਾਂ ਆਪਣੇ ਆਪ ਨੂੰ ਸ਼ਰਾਬ ਤੇ ਸਿਗਰਟ ਨੋਸ਼ੀ ਵਰਗੇ ਵਿਕਾਰਾਂ 'ਚ ਡੋਬ ਰੱਖਿਆ ਹੋਇਆ ਸੀ, ਉਹਨਾਂ ਨੇ ਨਵਾਂ ਆਚਰਣ ਧਾਰਨ ਕਰ ਲਿਆ। ਜੋ ਧਰਮ ਤੋਂ ਬੇਮੁਖ ਹੋ ਗਏ ਸਨ, ਉਹ ਵਾਪਸ ਧਰਮ ਵੱਲ ਪਰਤ ਆਏ। ਜੋ ਸਿੱਖ ਰਾਜਨੀਤੀ ਤੋਂ ਬਦਜ਼ਨ ਜਾਂ ਬੇਵਾਸਤਾ ਸਨ, ਉਹਨਾਂ ਅੰਦਰ ਰਾਜਸੀ ਜਗਿਆਸਾ ਪੈਦਾ ਹੋ ਗਈ ਅਤੇ ਹਰ ਕੋਈ ਆਪੋ ਆਪਣੀ ਸਮਰੱਥਾ ਤੇ ਝੁਕਾਅ ਮੁਤਾਬਕ ਸਿੱਖ ਸੰਘਰਸ਼ ਦੇ ਖੇਤਰ ਅੰਦਰ ਕਰਮਸ਼ੀਲ ਹੋ ਤੁਰਿਆ। ਕਿਸੇ ਨੇ ਬੰਦੂਕ ਚੁੱਕ ਲਈ, ਕਿਸੇ ਨੇ ਕਲਮ ਉਠਾ ਲਈ, ਕਿਸੇ ਨੇ ਜਨਤਕ ਸਰਗਰਮੀ ਦਾ ਪਿੜ ਮੱਲ ਲਿਆ। ਜਿਨ੍ਹਾਂ ਪੜ੍ਹੇ ਲਿਖੇ ਪਤਵੰਤੇ ਸਿੱਖਾਂ ਨੇ ਰਾਜ ਸੇਵਾ ਨੂੰ ਆਪਣਾ ਧਰਮ ਸਮਝ ਰੱਖਿਆ ਸੀ, ਉਹਨਾਂ ਦੀ ਸੋਚ ਨੇ ਨਵੇਂ ਪਾਸੇ ਪਰਤ ਲਏ। ਜਿਨ੍ਹਾਂ ਕੋਲੋਂ ਸਰਿਆ, ਉਹਨਾਂ ਨੇ ਨੌਕਰੀਆਂ, ਪਦਵੀਆਂ ਤੇ ਸਨਮਾਨਾਂ ਨੂੰ ਲੱਤ ਮਾਰ ਦਿੱਤੀ। ਬਾਕੀਆਂ ਨੇ ਬੁਝੇ ਮਨਾਂ ਨਾਲ ਰਾਜ ਸੇਵਾ ਦਾ ਆਪਣਾ ਧਰਮ ਨਿਭਾਉਣਾ ਜਾਰੀ ਰੱਖਿਆ। ਇੱਥੇ ਇਹ ਅਹਿਮ ਸਵਾਲ ਖੜਾ ਹੁੰਦਾ ਹੈ ਕਿ ਸਿੱਖ ਭਾਈਚਾਰੇ ਦੁਆਰਾ ਪ੍ਰਗਟਾਇਆ ਗਿਆ ਇਹ ਗੁਸੈਲਾ ਪ੍ਰਤੀਕਰਮ ਕੀ ਭਾਰਤੀ ਹਾਕਮਾਂ ਦੀ ਅਗਾਊਂ ਗਿਣਤੀ ਤੇ ਯੋਜਨਾ ਵਿੱਚ ਹੈ ਸੀ? ਇਸ ਦਾ ਜਵਾਬ ਹਾਂ ਤੇ ਨਾ ਦੋਨਾਂ ਵਿੱਚ ਦਿੱਤਾ ਜਾ ਸਕਦਾ ਹੈ। ਹਮਲੇ ਤੋਂ ਪਹਿਲਾਂ ਜਿਸ ਵਸੀਹ ਪੈਮਾਨੇ ਤੇ ਅਤੇ ਜਿਸ ਬਾਰੀਕੀ ਤੱਕ ਜਾ ਕੇ ਤਿਆਰੀਆਂ ਕੀਤੀਆਂ ਗਈਆਂ ਸਨ, ਉਸ ਤੋਂ ਲੱਗਦਾ ਹੈ ਕਿ ਭਾਰਤੀ ਹਾਕਮ ਸਿੱਖ ਪ੍ਰਤੀਕਰਮ ਦੀ ਸੰਭਾਵਨਾ ਤੇ ਖਤਰੇ ਤੋਂ ਉੱਕਾ ਹੀ ਅਣਜਾਣ ਜਾਂ ਅਵੇਸਲੇ ਨਹੀਂ ਸਨ। ਇਹ ਤਿਆਰੀਆਂ ਦੋਨੋਂ ਪੱਧਰ ਤੇ ਕੀਤੀਆਂ ਗਈਆਂ, ਪ੍ਰਬੰਧਕੀ ਤੇ ਨਾਲ ਹੀ ਰਾਜਨੀਤਿਕ ਤੇ ਵਿਚਾਰਧਾਰਕ ਵੀ। ਸਿੱਖਾਂ ਨੂੰ ਫੌਜੀ ਤਾਕਤ ਦੇ ਜ਼ੋਰ ਦਬਾਉਣ ਤੇ ਦਬਕਾਉਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਦੇ ਨਾਲੋਂ ਨਾਲ ਉਹਨਾਂ ਨੂੰ ਵਿਚਾਰਧਾਰਕ ਤੇ ਰਾਜਸੀ ਤੌਰ ਤੇ ਭਰਮਾਉਣ ਤੇ ਫਾਹੁਣ ਦੀ ਵੀ ਪੂਰੀ ਵਾਹ ਲਾ ਦਿੱਤੀ ਗਈ। ਪਹਿਲਾ ਹਮਲਾ ਕਰਨ ਮੌਕੇ ਗਿਣ ਮਿੱਥ ਕੇ ਸਿੱਖ ਫੌਜੀ ਜਰਨੈਲਾਂ ਨੂੰ ਮੂਹਰੇ ਲਾਇਆ ਗਿਆ। ਦਰਬਾਰ ਸਾਹਿਬ ਉੱਤੇ ਹਮਲੇ ਦੀ ਅਗਵਾਈ ਕਰਨ ਵਾਲੇ 6 ਕਮਾਂਡਰਾਂ ਵਿੱਚੋਂ 4 ਸਿੱਖ ਸਨ, 1 ਮੁਸਲਮਾਨ ਤੇ ਸਿਰਫ 1 ਹਿੰਦੂ ਸੀ। ਫਿਰ ਹਮਲੇ ਤੋਂ ਬਾਅਦ ਸਿੱਖ ਪ੍ਰਤੀਕਰਮ ਨੂੰ ਬੋਚਣ ਤੇ ਬੇਅਸਰ ਕਰਨ ਲਈ ਸਿਰ ਕੱਢ ਸਿੱਖਾਂ ਦੇ ਮੂੰਹੋਂ ਝੂਠ ਬੁਲਾਉਣ ਦੀ ਕਵਾਇਦ ਕੀਤੀ ਗਈ। ਮੀਡੀਏ ਅੰਦਰ ਸਿੱਖ ਫੌਜੀ ਜਰਨੈਲਾਂ ਸੇਵਾ ਨਿਭਾ ਰਹੇ ਤੇ ਸੇਵਾ ਮੁਕਤ ਹੋ ਚੁੱਕੇ ਅਫਸਰ ਸ਼ਾਹਾਂ, ਕਾਨੂੰਨਦਾਨਾਂ, ਸਿੱਖਿਆ ਸ਼ਾਸਤਰੀਆਂ, ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ ਤੇ ਸਿਆਸਤਦਾਨਾਂ ਨੂੰ ਢੂੰਡ ਕੇ ਹੁਕਮਰਾਨਾਂ ਦੇ ਪੱਖ ਵਿੱਚ ਭੁਗਤਾਇਆ ਗਿਆ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਸਿੱਖ ਫੌਜੀ ਜਰਨੈਲ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਕੋਲੋਂ ਪ੍ਰੈਸ ਵਿੱਚ ਅਤੇ ਟੈਲੀਵਿਜ਼ਨ ਉੱਤੇ ਵਾਰ-ਵਾਰ ਇਹ ਝੂਠ ਬੁਲਾਇਆ ਗਿਆ ਕਿ ਭਾਰਤੀ ਫੌਜ ਨੇ ਹਮਲਾ ਕਰਨ ਮੌਕੇ ਬਹੁਤ ਸ਼ਰਧਾ, ਸਤਿਕਾਰ ਤੇ ਸੰਜਮ ਤੋਂ ਕੰਮ ਲਿਆ। ਹਮਲੇ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਦੇਸ਼ ਦੇ ਸੰਵਿਧਾਨਕ ਮੁਖੀ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਕੋਲੋਂ ਸਰਕਾਰੀ ਕੰਟਰੋਲ ਹੇਠਲੇ ਰੇਡੀਓ ਤੇ ਟੈਲੀਵਿਜ਼ਨ ਤੋਂ ਬਹੁਤ ਹੀ ਹੋਛੇ ਪੱਧਰ ਦਾ ਝੂਠ ਗੁੰਨਿਆ ਭਾਸ਼ਣ ਕਰਵਾਇਆ ਗਿਆ। ਪਾਰਲੀਮੈਂਟ ਅੰਦਰ
ਇੱਕ ਖਾਨਦਾਨੀ ਸਿੱਖ ਬੀਬੀ ਕੋਲੋਂ ਭਾਰਤੀ ਹਾਕਮਾਂ ਦੀ ਇਸ ਸਿੱਖ ਦੁਸ਼ਮਣ ਕਾਰਵਾਈ ਦੀ ਨਿਰਲੱਜਪੁਣੇ ਨਾਲ ਪ੍ਰੋੜਤਾ ਅਤੇ ਜੈ ਜੈਕਾਰ ਕਰਵਾਈ ਗਈ। ਭਾਰਤੀ ਹਾਕਮਾਂ ਦਾ ਫੌਰੀ ਸਰੋਕਾਰ ਸਿੱਖ ਕੌਮ ਦੇ ਗੁੱਸੇ ਭਰੇ ਹਿੰਸਕ ਪ੍ਰਤੀਕਰਮ ਦੀ ਰੋਕਥਾਮ ਕਰਨਾ ਸੀ। ਇਸ ਮੰਤਵ ਲਈ ਲਾ ਮਿਸਾਲ ਪੱਧਰ ਤੇ ਸੈਨਿਕ ਤੇ ਪ੍ਰਬੰਧਕੀ ਉਪਾਅ ਕੀਤੇ ਗਏ ਸਨ। ਨਾਲ ਹੀ ਸਿੱਖ ਭਾਈਚਾਰੇ ਅੰਦਰ ਬੇਗਾਨਗੀ ਦੀ ਭਾਵਨਾ ਨੂੰ ਡੱਕਣ ਤੇ ਬੇਅਸਰ ਕਰਨ ਲਈ ਗੁੰਮਰਾਹਕੁਨ ਪ੍ਰਾਪੇਗੰਡੇ ਦਾ ਹੜ ਵਗਾ ਦਿੱਤਾ ਗਿਆ ਸੀ। ਪਰ ਅੰਤਮ ਨਤੀਜੇ ਦੇ ਤੌਰ ਤੇ ਵੇਖਿਆ ਜਾਵੇ ਤਾਂ ਭਾਰਤੀ ਹੁਕਮਰਾਨਾਂ ਦੇ ਇਹ ਦੋਨੋਂ ਹੀ ਉਪਾਅ ਬਹੁਤੇ ਕਾਰਗਰ ਸਾਬਤ ਨਾ ਹੋ ਸਕੇ। ਭਾਵੇਂ ਪੰਜਾਬ ਦੇ ਚੱਪੇ-ਚੱਪੇ ਤੇ ਭਾਰੀ ਗਿਣਤੀ ਵਿੱਚ ਫੌਜ ਤੈਨਾਤ ਕਰਕੇ ਸਿੱਖ ਕੌਮ ਦੇ ਖੋਲ ਦੇ ਜਜ਼ਬਾਤਾਂ ਨੂੰ ਘੜੀ ਦੀ ਘੜੀ ਤਾਂ ਬੰਨ੍ਹ ਮਾਰ ਕੇ ਡੱਕ ਲਿਆ ਗਿਆ ਸੀ, ਪਰ ਸਮਾਂ ਪੈਣ ਨਾਲ ਜਦ ਇਹ ਬੰਨ੍ਹ ਟੁੱਟਿਆ ਤਾਂ ਭਾਰਤੀ ਹਾਕਮਾਂ ਨੂੰ ਲੈਣੇ ਦੇ ਦੇਣੇ ਪੈ ਗਏ ਸਨ। ਕੌਮੀ ਅਪਮਾਨ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਜੁਝਾਰੂ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਤੁਰੇ ਸਨ। ਬੇਸ਼ੱਕ ਇਹ ਸੰਘਰਸ਼ ਆਪਣੇ ਕਲਪੇ ਹੋਏ ਨਿਸ਼ਾਨੇ ਤੱਕ ਤਾਂ ਨਾ ਅੱਪੜ ਸਕਿਆ, ਪਰ ਇਸਨੇ ਸਿਰਫ ਭਾਰਤ ਦੇ ਹੀ ਨਹੀਂ, ਦੱਖਣੀ ਏਸ਼ੀਆ ਦੇ ਸਮੁੱਚੇ ਖੇਤਰ ਦੇ ਰਾਜਸੀ ਦ੍ਰਿਸ਼ ਨੂੰ ਅਹਿਮ ਰੂਪ 'ਚ ਬਦਲ ਕੇ ਰੱਖ ਦਿੱਤਾ। ਇਸ ਬਾਰੇ ਵੱਧ ਵਿਸਥਾਰ ਇਸ ਪੁਸਤਕ ਲੜੀ ਦੀ ਅਗਲੀ ਜਿਲਦ ਵਿੱਚ ਦਿੱਤਾ ਜਾਵੇਗਾ। ਭਾਰਤੀ ਹਾਕਮਾਂ ਦੇ ਸਾਰੇ ਰਾਜਸੀ ਤੇ ਵਿਚਾਰਧਾਰਕ ਹੱਥਕੰਡਿਆਂ ਦੇ ਬਾਵਜੂਦ ਸਿੱਖ ਭਾਈਚਾਰੇ ਅੰਦਰ ਭਾਰਤੀ ਰਾਜ ਪ੍ਰਤੀ ਬਦਜ਼ਨੀ ਤੇ ਬੇਮੁਖਤਾ ਦੀ ਲਹਿਰ ਨੇ ਇੱਕ ਵਾਰ ਤਾਂ ਇੰਨਾ ਵੇਗ ਫੜ ਲਿਆ ਸੀ ਕਿ ਜੇ ਕਿਸੇ ਰਾਜ ਭਗਤ ਸਿੱਖ ਨੇ ਭਾਰਤੀ ਰਾਜ ਜਾਂ ਸਰਕਾਰ ਦਾ ਖੁੱਲ੍ਹ ਕੇ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਨਾ ਸਿਰਫ ਆਮ ਸਿੱਖ ਭਾਈਚਾਰੇ ਦੀਆਂ ਸਗੋਂ ਆਪਣੇ ਹੀ ਮਿੱਤਰਾਂ ਤੇ ਸਕੇ ਸੰਬੰਧੀਆਂ ਦੀਆਂ ਫਿਟਕਾਰਾਂ ਦਾ ਸਾਹਮਣਾ ਕਰਨਾ ਪਿਆ। ਕੋਈ ਵਿਰਲਾ ਹੀ ਸਰਕਾਰ ਭਗਤ ਸਿੱਖ ਹੋਵੇਗਾ ਜਿਸ ਨੂੰ ਆਪਣਿਆਂ ਦੇ ਮੂੰਹੋਂ ਗੱਦਾਰ ਅਤੇ ਗੀਦੀ ਕਹਾਉਣ ਦੇ ਮਾਨਸਿਕ ਸੰਤਾਪ ਚੋਂ ਦੀ ਨਾ ਗੁਜ਼ਰਨਾ ਪਿਆ ਹੋਵੇ। ਸੋ ਇਹ ਨਿਰਣਾ ਕੱਢਣਾ ਗਲਤ ਨਹੀਂ ਹੋਵੇਗਾ ਕਿ ਆਪਣੀ ਸਾਰੀ ਲਿਆਕਤ ਤੇ ਚਤੁਰਾਈ ਦੇ ਬਾਵਜੂਦ ਭਾਰਤੀ ਹਾਕਮ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਦੇ ਦੂਰਗਾਮੀ ਨਤੀਜਿਆਂ ਦਾ ਯੋਗ ਅਨੁਮਾਨ ਲਾ ਸਕਣ ਵਿੱਚ ਅਯੋਗ ਸਾਬਤ ਹੋਏ। ਇਹ ਉਹਨਾਂ ਦੀ ਕਿਸੇ ਸੈਨਿਕ ਜਾਂ ਪ੍ਰਬੰਧਕੀ ਊਣਤਾਈ ਦੀ ਵਜ੍ਹਾ ਕਰਕੇ ਨਹੀਂ ਸੀ ਹੋਇਆ। ਇਸ ਵਿੱਚ ਇੱਕ ਮਹੱਤਵਪੂਰਨ ਸਿਧਾਂਤਕ ਮੁੱਦਾ ਸ਼ਾਮਲ ਹੈ। ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਨਾਲ ਸਿੱਖ ਕੌਮ ਦੇ ਧਾਰਮਿਕ ਜਜ਼ਬਾਤਾਂ ਤੇ ਭਾਵਨਾਵਾਂ ਨੂੰ ਕਿਸ ਹੱਦ ਤੱਕ ਠੇਸ ਪਹੁੰਚੇਗੀ ਅਤੇ ਇਸ ਨਾਲ ਸਿੱਖ ਕੌਮ ਕਿਸ ਕਦਰ ਮਰਨ ਮਾਰਨ ਤੇ ਉਤਾਰੂ ਹੋ ਜਾਵੇਗੀ, ਇਸ ਗੱਲ ਦਾ ਅਗਾਊਂ ਯੋਗ ਅਨੁਮਾਨ ਲਾਉਣ ਲਈ ਸਿੱਖਾਂ ਦੇ ਸਮੁੱਚੇ ਵਿਚਾਰ ਪ੍ਰਬੰਧ ਤੇ ਉਹਨਾਂ ਦੇ ਮਾਨਸਿਕ ਜਗਤ ਅੰਦਰ ਸ਼੍ਰੀ ਹਰਿਮੰਦਰ ਸਾਹਿਬ ਦੇ ਨਿਆਰੇ ਅਸਥਾਨ ਤੇ ਮਹੱਤਵ ਨੂੰ ਸਮਝਣਾ ਨਿਹਾਇਤ ਜ਼ਰੂਰੀ ਸੀ। ਪਰ ਇਹ ਗੱਲ ਸਿਰਫ ਤਾਂ ਹੀ ਸੰਭਵ ਹੋ ਸਕਦੀ ਸੀ ਜੇਕਰ ਮਸਲੇ ਨੂੰ ਸਿੱਖ ਦ੍ਰਿਸ਼ਟੀਕੋਣ ਤੋਂ ਵੇਖਣ ਤੇ ਸਮਝਣ ਦਾ ਯਤਨ ਕੀਤਾ ਜਾਂਦਾ। ਮਸਲਾ ਕਿਉਂਕਿ ਸਿੱਖਾਂ ਦਾ ਸੀ, ਸਿੱਖ ਸੰਵੇਦਨਸ਼ੀਲਤਾ ਦਾ ਸੀ, ਇਸ ਕਰਕੇ ਉਹਨਾਂ ਦਾ ਪ੍ਰਤੀਕਰਮ ਇਸ ਗੱਲ ਤੋਂ ਤੈਅ ਨਹੀਂ ਸੀ ਹੋਣਾ ਕਿ ਕੋਈ ਦੂਸਰਾ ਇਸ ਬਾਰੇ ਕੀ ਸਮਝ ਰੱਖਦਾ ਹੈ। ਇਹ ਗੱਲ ਮੁੱਖ ਰੂਪ ਵਿੱਚ ਇਸ ਮਸਲੇ ਪ੍ਰਤੀ ਸਿੱਖਾਂ ਦੀ ਆਪਣੀ ਸਮਝ ਅਤੇ ਉਹਨਾਂ ਦੀਆਂ ਆਪਣੀਆਂ ਭਾਵਨਾਵਾਂ ਤੋਂ ਹੀ ਨਿਰਧਾਰਿਤ ਹੋਣੀ ਸੀ। ਪਰੰਤੂ ਹਿੰਦੂ ਹਾਕਮਾਂ ਨੇ ਆਪਣੀ ਪੱਕ ਚੁੱਕੀ ਆਦਤ ਤੇ ਮੱਤ ਦੇ ਮੁਤਾਬਕ ਮਸਲੇ ਨੂੰ ਵਧੇਰੇ ਆਪਣੇ ਹੀ ਦ੍ਰਿਸ਼ਟੀ ਤੋਂ ਦੇਖਿਆ ਸੀ। ਇਸ ਨੂੰ ਹਿੰਦੂ ਹਾਕਮ ਵਰਗ ਕੋਲੋਂ ਹੋਈ ਕੋਈ ਅਚੇਤ ਜਾਂ ਅਚਨਚੇਤੀ ਭੁੱਲ ਨਹੀਂ ਕਿਹਾ ਜਾ ਸਕਦਾ। ਇਸ ਭੁੱਲ ਦੇ ਪਿੱਛੇ ਉਹਨਾਂ ਦਾ ਸਮੁੱਚਾ ਦਾਰਸ਼ਨਿਕ ਨਜ਼ਰੀਆ ਅਤੇ ਮੌਕੇ ਦੇ ਰਾਜਨੀਤਿਕ ਮੰਤਵ ਤੇ ਮੁਫਾਦ ਕੰਮ ਕਰਦੇ ਸਨ। ਸਿੱਖਾਂ ਨੂੰ ਉਹਨਾਂ ਦੇ ਧਰਮ ਨੂੰ, ਉਹਨਾਂ ਦੇ ਫਲਸਫੇ, ਸੱਭਿਆਚਾਰ ਤੇ ਵਿਰਸੇ ਨੂੰ, ਉਹਨਾਂ ਦੇ ਵਿਸ਼ਵਾਸਾਂ, ਅਕੀਦਿਆਂ, ਮਨੌਤਾਂ, ਰਹੁ ਰੀਤਾਂ ਤੇ ਕਦਰਾਂ ਕੀਮਤਾਂ ਨੂੰ ਨਾ ਸਮਝਣ ਦੀ ਭੁੱਲ ਹਿੰਦੂ ਲੀਡਰਸ਼ਿਪ ਦੀ ਵਜੂਦ ਸਮੋਈ ਸਿਧਾਂਤਕ ਮਰਜ਼ ਹੈ। ਉਹ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਵਰਗ ਸਮਝਦੇ ਹਨ ਅਤੇ ਸਿੱਖ ਧਰਮ ਨੂੰ ਹਿੰਦੂ ਮੱਤ ਦੀ ਹੀ ਇੱਕ ਵੰਨਗੀ ਮੰਨ ਕੇ ਚੱਲਦੇ ਹਨ। ਉਹ ਇਹ ਗੱਲ ਮੰਨਣ ਲਈ ਉੱਕਾ ਹੀ ਰਾਜ਼ੀ ਨਹੀਂ ਕਿ ਸਿੱਖ ਧਰਮ ਆਪਣੇ ਆਪ ਵਿੱਚ ਸੁਤੰਤਰ ਤੇ ਨਿਆਰਾ ਧਰਮ ਹੈ। ਇਸ ਤੋਂ ਵੀ ਅੱਗੇ ਉਹ ਇਹ ਵੀ ਜਿੱਦ ਕਰਦੇ ਹਨ ਕਿ ਸਿੱਖ ਵੀ ਆਪਣੇ ਆਪ ਨੂੰ ਤੇ ਆਪਣੇ ਧਰਮ ਨੂੰ ਉਸ ਦ੍ਰਿਸ਼ਟੀ ਤੋਂ ਹੀ ਵੇਖਣ ਜਿਸ ਦ੍ਰਿਸ਼ਟੀ ਤੋਂ ਹਿੰਦੂ ਵੇਖਦੇ ਹਨ, ਅਤੇ ਸਿੱਖ ਹਿੰਦੂਆਂ ਨਾਲੋਂ ਹਟ ਕੇ ਆਪਣਾ ਵੱਖਰਾ ਜਾਂ ਸੁਤੰਤਰ ਦ੍ਰਿਸ਼ਟੀਕੋਣ ਅਪਣਾਉਣ ਦੀ ਗੁਸਤਾਖੀ ਭੁੱਲ ਕੇ ਵੀ ਨਾ ਕਰਨ। ਹਿੰਦੂ ਵਰਗ ਦੀ ਇਹ ਜਿੱਦ ਅਤੇ ਸਿੱਖ ਕੌਮ ਦੀ ਇਹ ਗੁਸਤਾਖੀ ਹੀ ਪਿਛਲੇ ਤਕਰੀਬਨ 125 ਸਾਲ ਤੋਂ ਦੋਨਾਂ ਵਰਗਾਂ ਵਿਚਕਾਰ ਸਦੀਵੀ ਖਿੱਚੋਤਾਣ ਦਾ ਕਾਰਨ ਬਣੀ ਆ ਰਹੀ ਹੈ। ਭਾਰਤੀ ਹਾਕਮਾਂ ਨੇ ਆਪਣੀ ਹਿੰਦੂ ਦ੍ਰਿਸ਼ਟੀ ਤੇ ਮੱਤ ਮੁਤਾਬਕ ਇਹ ਸਮਝ ਲਿਆ ਕਿ ਹਰਿਮੰਦਰ ਸਾਹਿਬ ਵੀ ਸਿੱਖਾਂ ਦਾ ਉਸੇ ਤਰ੍ਹਾਂ ਦਾ ਧਾਰਮਿਕ ਕੇਂਦਰ ਹੈ ਜਿਵੇਂ ਕਿ ਮੁਸਲਮਾਨਾਂ ਦਾ ਮੱਕਾ ਅਤੇ ਜਾਂ ਕੈਥੋਲਿਕ ਈਸਾਈਆਂ ਦਾ ਵੈਟੀਕਨ, ਅਤੇ ਇਹ ਸਿੱਖਾਂ ਦਾ ਉਸੇ ਤਰ੍ਹਾਂ ਦਾ ਹੀ ਪਵਿੱਤਰ ਅਸਥਾਨ ਹੈ ਜਿਵੇਂ ਹਿੰਦੂਆਂ ਲਈ ਬਨਾਰਸ, ਕਾਸ਼ੀ ਜਾਂ ਹਰਿਦੁਆਰ ਹੈ। ਆਪਣੀ ਗਲਤ ਸੋਚ ਤੇ ਜਿੱਦ ਦੀ ਵਜ੍ਹਾ ਕਰਕੇ ਉਹ ਇਹ ਗੱਲ ਸਮਝਣ ਦੇ ਸਮਰੱਥ ਨਾ ਹੋ ਸਕੇ ਕਿ ਹਰਿਮੰਦਰ ਸਾਹਿਬ ਸਿੱਖਾਂ ਲਈ ਇਹ ਕੁਝ ਤਾਂ ਹੈ ਹੀ,
पर इस नालों वध के ते अलग होर भी बहुत कुछ है। जिन्ना चिर कोई इस तत्थ नूं शुद्ध हिरदे नाल समझण दा यतन नहीं करता, उन्ना चिर उसनूं दरबार साहिब उत्ते हमले विरुद्ध सिख भाईचारे अंदर जागे रोह दी कैमिस्ट्री समझ नहीं पै सकदी। सिख हिरदिਆਂ अंदर श्री हरमंदर साहिब दा की रुतबा है ਅਤੇ इस दी अजमत दी राखी लई ਉਹ ਸੁੱਤੇ सिद्ध ही अपना खून वहाउण लई क्यों तत्पर हो जाते हैं। इस रहस नूं समझण लई सिखां दे फलसफे, इतिहास, रवायतां ते विशेष सांचे विच ढली उन्हां दी मानसिकता दा बोध निहायत जरूरी है। इस बोध तो बिना इस रहस दीआं अंतरीव गहराइयां दी थां पा सकनी नामुमकिन है। अनूठा ते विलक्षण प्रसिद्ध सिख विद्वान सरदार कपूर सिंह ने श्री हरमंदर साहिब उत्ते भारत सरकार दे फौजी हमले तो कोई 10 साल पहला जद भारत दे हिंदू हुक्मरान वर्ग नाल सिख कौम दे भावी टकराव दे लक्षण साफ दिखाई देण लग पए सन, देश दे हाकमां नूं सियाणी मत ते नेक मशवरे दे तौर ते एक महत्वपूर्ण सिद्धांतक लेख लिखिया सी, जिस विच इस बण उसर रहे टकराव दीआं सिद्धांतक बुनियादां दी निशानदेही कीती गई सी ਅਤੇ नाल ही संबंध भागे टकराव तो बचण दा सुघड़ नुस्खा भी सुझाया गया सी। अपनी इस सिद्धांतक रचना के जरिए सरदार कपूर सिंह ने भारती हाकमां दे खाने च यह गल पाउण दी पुरजोर कोशिश की सी कि उन्हां दी नीत सिखां नाल रसाई ते समझौता करके चलण दी होवे जां उन्हां नूं कुੱਟ दरड़ के हेठां लाउण दी। दोनों ही हालतों में उन्होंने सिखां दी पोजीशन ते नुकता नज़र नूं शुद्ध हिरदे नाल समझण दा यतन करना चाहिए है। सरदार कपूर सिंह दा मनना ते कहना सी कि सिखां दे अजोके राजसी रुख वतीरे ते पैंतड़े नूं समझण लई उन्हां दे बीते इतिहास ते परंपरावां नूं उन्हां दे अकीदियां ते सिद्धांतां नूं समझना बेहद जरूरी है ਅਤੇ इस मंतव लई होर भी वध जरूरी है श्री हरमंदर साहिब दे न्यारे महत्व दे सिद्धांत ते यथार्थ नूं समझना, क्योंकि श्री हरमंदर साहिब न्यारे सिख फलसफे दा ही सुंदर ते स्थूल इजहार है। सरदार कपूर सिंह दे शब्दां विच संसार इतिहास अंदरले धार्मिक जां राजसी केंद्रां विच गोल्डन टैंपल श्री हरमंदर साहिब की हैसियत ਅਤੇ रुतबा अनूठा है। यह सिखां दा मक्का है क्यों जो सिखां दा धार्मिक मरकज़ है यह, पर यह इस नालों वध के होर भी है। यह रोम दा सेंट पीटर्स है क्यों जो सिखां दी दीनी बादशाही है यह, पर यह इस नालों वध के होर भी बहुत कुछ है ਅਤੇ नाल ही कुछ घट ते वखरा भी। सिख धर्म विच किसी स्थापित पुजारी वर्ग की कोई व्यवस्था नहीं, इस करके सिखां दी अजिही कोई मजहबी जनूनी राजसी रियासत नहीं हो सकती जिथे पुजारी अदृष्ट परमात्मा के नां ते अपना हुक्म चला सकन। उन्हां सिखां कोल दैवी तौर ते प्रगट ते प्रवानित शहरी कानून की कोई सैंची नहीं, इस करके उन्हां नूं धर्म निरपक्ष सैकुलर ਅਤੇ गैर धर्मतंत्री कानूनां ते आधारित राज उसारना पैना है। यह सेंट पीटर्स नालों कुछ वध होर इस करके है कि मौजूदा घड़ी विच राजसी तंत्र भावें कोई भी होवे, सिखां दी अखीरी आस्था दा असली ठिकाणा यही है। यह सिखां दा वाराणसी जां बनारस है क्यों जो यह सिख मत दा धर्म पवित्र अस्थान है, पर असल गल यह भी नहीं, क्योंकि खरा सिख सिद्धांत किसी अजिही परंपरा जां विश्वास नूं नहीं मानदा जो रब्बी नूर नूं भूगोल नाल बांधा होवे। यह सिख धर्म दा यरूशलम है क्यों जो सिख धर्म दे खुदाई आगमन दा इतिहासिक केंद्र है यह, पर असल विच यह गल भी नहीं, क्योंकि एक धर्म वजों सिख मत इतिहास नाल नहीं बझिया होया, अर्थात इस दी प्रमाणिकता किसी इतिहासिक वाकियत नाल जुड़ी हुई जां किसी इतिहासिक वर्तारे दी मुहताज नहीं। यह सही मायने विच सिखां दी राजधानी नहीं है क्यों जो सियासी राजधानी दे वास्ते अपनी रियासत जरूरी है ਅਤੇ जेकर सिखां कोल अजिही रियासत होवे तां भी यह गल कदाचित जरूरी नहीं कि उन्हां दा प्रबंधकी केंद्र लाजमी तौर ते अमृतसर विखे ही होवेगा। मन लवो जेकर यह भी हो जावे तां भी गोल्डन टैंपल ते इस दे कंपलैक्स दा इस प्रशासनिक केंद्र तो खास किस्म दा सुतंत्र खासा बरकरार रहेगा। जदों सिखां कोल अपनी आज़ाद बादशाहत नहीं तां गोल्डन टैंपल ते इस दे भवन समूह दा धार्मिक सियासी दर्जा बराबर बरकरार है। वेले दी राजसी सत्ता इस नूं भले ही ताकत दे जोर दबा लवे,
सिख पंथ अंदरले कुछ लोग भले ही इस दर्जे बारे समकाली सत्ता नाल समझौता कर जावण जां सियासतदान इस बारे लख किंतु परंतु पए करन, पर इसदा यह दर्जा बुलंद है अते इस नूं मिटाया नहीं जा सकदा, क्यों जो यह तां जन्म सिद्ध है अते यह किसी आग्या आदेश दा मुहताज नहीं है। सरदार कपूर सिंह दी उपरोक्त सिद्धांतक बयानकारी दा सार अंश यह है कि श्री हरमंदर साहिब ते इस दे नाल जुड़वें भवन समूह नूं संसार इतिहास अंदरले होरनां धार्मिक जां राजनीतिक केंद्रां वांगू नहीं देखिया जाना चाहिदा। इस उत्ते ओह नियम जां मापदंड लागू नहीं हुंदे जो वैटिकन, मक्के, बनारस जां यरूशलेम आदि उत्ते हुंदे हन। इस दी हैसियत ते रुतबा असलों ही वखरा है। इस संबंध विच दो अटल सच्चाइयां हमेशा याद रहनियां चाहिदियां हन। एक यह कि यह रुतबा सिखां दे मन दी अजोके समय दी काढ़ नहीं है। इस दियां बुनियादां सिख धर्म दे न्यारे सिद्धांतां विच हन अते इतिहास इस दी डटवीं साखी भरदा है। अते दूजा यह कि यह रुतबा किसी दुनियावी ताकत दी बख्शिश नहीं, यह जन्म सिद्ध है। इस करके कोई दुनियावी ताकत इस नूं सिखां कोलों खो नहीं सकती। अजिहा करन दा उसनूं कोई नैतिक अधिकार नहीं। जिसने दिता नहीं उसनूं खोण दा की हक, ते ना कोई राज जां हकूमत इस नूं ताकत दे जोर मिटा सकती है। अजिहा कर सकना उसदे वस विच नहीं। यह मसला अजिहा है जिस उत्ते सिख कोई भी समझौता नहीं कर सकते। जेकर उन्हां चों कोई अजिहा करना चाहे तो उसनूं सिखां दीआं नज़रां तों डिगदिआं देर नहीं लगती। इतिहास की गवाही। गुरु काल के दौरान आपो अपने समय गुरु साहिबान खुद ही सिख लहर का केंद्र अथवा धुरा सन। दसम पातशाह के ज्योति जो समा जाण 1708 ईस्वी तो बाद राजसी सैनिक खेतर अंदर बाबा बंदा सिंह बहादुर सिख पंथ की योग रहनुमाई करते रहे, पर बंदा सिंह बहादुर की शहादत 1716 ईस्वी के नाल ही उस द्वारा उसारी सिख राजसी सत्ता अपनी बाल उमरे ही हकूमती जबर दे वैशी झखेड़े नाल तहस नहस हो के रह गई सी। यही वो समा सी जद आगू विहोणे ते सत्ता तो महरूम होए खालसा पंथ ने अपनियां सरगर्मियां अपनी रूहानी ते सियासी राजधानी अते अपनी सैनिक ओट दा केंद्र दरबार साहिब समूह विखे तब्दील कर लिया अते अपनी दोहरी बादशाही दे फलसफे दे अधिकारां ते जिम्मेवारियां नूं समूहिक सांझे रूप विच निभाउण दा जिम्मा ले लिया। उदों तो लैके दरबार साहिब समूह सिख जगत, सिख इतिहास, राजनीति ते सिख खुदाई नूर का केंद्र बनया होया है। पिछले 250 सालों के समुचे अरसे दौरान सिख भले ही वेले की हुकूमत द्वारा बागी करार दिते गए होण, भले ही श्री हरमंदर साहिब ते इस दे भवन समूह नूं मलबा बना दिता गया होवे जां इस उत्ते हुकूमत ने जबरी कब्जा जमा लिया होवे, राजसी पक्ष तो सिख आज़ाद रहे होण जां दुबेल, उन्हां यह पोजीशन कदे नहीं त्यागी जां इस गल ते उन्हां कदे समझौता नहीं किया कि पहला गोल्डन टैंपल ते इसदा चौगिरदा सिख जगत का धुरा है, किसी दुनियावी शक्ति की मेहरबानी की वजह करके नहीं सगों सिखां दे जन्म सिद्ध ते सुतंत्र अधिकार करके। दूजा सच्चे सिख सिद्धांत अंदर लोक ते परलोक विचकार, संसारक ते धार्मिक विचकार अते राजनीतिक ते आत्मक विचकार कोई कतई दुवंड नहीं। इत्थे इस अहम तत्थ का जिक्र करना कुथावा नहीं होवेगा कि बाबा बंदा सिंह बहादुर के जीवन काल के दौरान ही, खास करके उसके जीवन के आखिरी 2-2.5 वरियां दौरान जद खालसा पंथ के तकड़े हिस्सिਆਂ ਦੇ मनां अंदर गुरमत सिद्धांत ਅਤੇ बंदा सिंह बहादुर ਵੱਲੋਂ अपनाई जीवन मर्यादा के कुछ पक्षां ਨੂੰ ਲੈ ਕੇ उस प्रति तिखे शंके, इतराज़ ते विरोध उपजने शुरू हो गए सन, ਤਾਂ खालसे ਦੇ इस वर्ग ने आत्मिक बल ते धार्मिक राजनीतिक सेध लई श्री हरमंदर साहिब समूह की ओट लैनी शुरू कर दी हुई सी अते अपने कौमी मसलियां, संसियां, सरोकारां, अमली कारजां ते योजनावां बारे विचारां ते मशवरियां लई अपनी इस धार्मिक ते सियासी राजधानी का यथायोग इस्तेमाल करना शुरू कर दिता सी। बंदा सिंह बहादुर की शहादत के थोड़े चिरां बाद ही दिल्ली के मुगल दरबार की शह ते सरप्रस्ती हेठ लाहौर के जालम गवर्नर अबुद समद खां 1713 तो 1726 ईस्वी ने खालसा पंथ विरुद्ध जबर की एक बहुत ही हैंसियारी मुहिम वड़ दी सी, जिस सदका जुझार खालसे नूं घर बार छड्ड के जंगलों, बेलियां ते मारूथलों शरण लैण लई मजबूर होना पै गया सी। उस वेले ਸਿੰਘਾਂ ਦੇ निहत्थे ते निर्दोष परिवारां नूं मुगल फौजी दस्तियां ते माझा खेतर दे बदनाम सरकारी मुखबरां
ਤੇ ਪਿੱਠੂਆਂ ਦੇ ਬੇਹੱਦ ਘਿਨਾਉਣੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਜੁਝਾਰ ਖਾਲਸੇ ਕੋਲ ਜਿਉਂ ਹੀ ਬੇਦੋਸ਼ੇ ਸਿੱਖ ਪਰਿਵਾਰਾਂ ਉੱਤੇ ਜ਼ੁਲਮਾਂ ਦੀਆਂ ਦਿਲ ਚੀਰਵੀਆਂ ਖਬਰਾਂ ਪਹੁੰਚੀਆਂ ਤਾਂ ਉਹਨਾਂ ਅੰਦਰ ਜ਼ੁਲਮ ਦਾ ਟਾਕਰਾ ਕਰਨ ਲਈ ਦੂਣਾ ਚੌਣਾ ਜੋਸ਼ ਤੇ ਰੋਹ ਜਾਗ ਉੱਠਿਆ। ਘਰਾਂ ਤੋਂ ਟਲੇ ਸਿੱਖ ਜੰਗਲਾਂ ਬੇਲਿਆਂ ਨੂੰ ਛੱਡ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਝੇ ਅੰਦਰ ਆ ਇਕੱਠੇ ਹੋਏ ਅਤੇ ਇਸ ਹਕੂਮਤੀ ਹਨੇਰਗਰਦੀ ਵਿਰੁੱਧ ਇੱਕ ਬਕਾਇਦਾ ਜਥੇਬੰਦ ਹਥਿਆਰਬੰਦ ਟੱਕਰ ਸ਼ੁਰੂ ਕਰ ਦਿੱਤੀ, ਜੋ ਕਈ ਉਤਰਾਵਾਂ ਚੜਾਵਾਂ ਚੋਂ ਲੰਘਦੀ ਹੋਈ ਨਿਰੰਤਰ ਉਦੋਂ ਤੱਕ ਚੱਲਦੀ ਰਹੀ ਜਦ ਤੱਕ ਪੰਜਾਬ ਦੀ ਧਰਤੀ ਉੱਤੇ ਆਜ਼ਾਦ ਖਾਲਸਾ ਰਾਜ ਦੇ ਕੇਸਰੀ ਨਿਸ਼ਾਨ ਨਹੀਂ ਸਨ ਝੂਲਣ ਲੱਗ ਪਏ। ਖਾਲਸਾ ਪੰਥ ਦੀ ਇਸ ਸੂਰਮ ਗਤੀ ਭਰੀ ਟਾਕਰਾ ਜੰਗ ਦਾ ਖਾਸੋ ਖਾਸ ਤੇ ਵਿਲੱਖਣ ਪਹਿਲੂ ਇਹ ਸੀ ਕਿ ਇਹਨਾਂ ਬਿਪਤਾ ਭਰੇ ਤੇ ਲਹੂ ਨੁੱਚੜਦੇ ਸਮਿਆਂ ਅੰਦਰ ਖਾਲਸਾ ਜੀ ਦੇ ਮਨ ਦੀ ਤਾਰ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜੀ ਰਹੀ। ਕੋਈ ਗੈਬੀ ਕਸ਼ਿਸ਼ ਉਸ ਨੂੰ ਵਾਰ-ਵਾਰ ਹਰਿਮੰਦਰ ਸਾਹਿਬ ਵੱਲ ਖਿੱਚਦੀ ਰਹੀ ਅਤੇ ਬੇਰਹਿਮ ਹਕੂਮਤੀ ਬੰਦਸ਼ਾਂ ਦੇ ਬਾਵਜੂਦ ਪਾਵਨ ਸਰੋਵਰ ਅੰਦਰ ਚੁੱਭੀ ਲਾਉਣ ਦਾ ਚਾਉ ਤੇ ਵਲਵਲਾ ਉਸ ਨੂੰ ਮੌਤ ਨਾਲ ਲੁਕਣ ਮਿੱਟੀ ਖੇਡਣ ਲਈ ਪ੍ਰੇਰਦਾ ਰਿਹਾ। ਜਦ ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣ ਤੇ ਤੁਲੇ ਮੁਗਲ ਹਾਕਮਾਂ ਨੇ ਖਾਲਸੇ ਦਾ ਪੰਜਾਬ ਦੀ ਧਰਤੀ ਤੇ ਜਿਉਣਾ ਦੁੱਭਰ ਕਰ ਦਿੱਤਾ ਹੋਇਆ ਸੀ, ਜੰਗਲਾਂ ਬੇਲਿਆਂ ਅੰਦਰ ਵੀ ਉਹਨਾਂ ਦਾ ਲਗਾਤਾਰ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ ਸੀ। ਉਹਨਾਂ ਦੇ ਪਰਿਵਾਰ ਤੇ ਘਰ-ਬਾਰ ਉਜਾੜ ਦਿੱਤੇ ਗਏ ਸਨ। ਸਿਦਕਵਾਨ ਸਿੰਘਣੀਆਂ ਉੱਤੇ ਦਿਲਾਂ ਨੂੰ ਦਹਿਲਾ ਦੇਣ ਵਾਲੇ ਅਤਿਆਚਾਰ ਢਾਹੇ ਜਾ ਰਹੇ ਸਨ ਅਤੇ ਉਹਨਾਂ ਦੇ ਦੁੱਧ ਚੁੰਘਦੇ ਮਾਸੂਮ ਬਾਲਾਂ ਨੂੰ ਬਰਛਿਆਂ ਦੀਆਂ ਨੋਕਾਂ ਤੇ ਟੰਗਿਆ ਜਾ ਰਿਹਾ ਸੀ। ਤਾਂ ਉਸ ਵੇਲੇ ਵੀ ਸਿੰਘ ਆਪਣੇ ਛੁਪਣ ਠਿਕਾਣਿਆਂ ਚੋਂ ਨਿਕਲ ਕੇ ਰਾਤ ਬਰਾਤੇ ਘੋੜਿਆਂ ਤੇ ਸਵਾਰ ਹੋ ਕੇ ਅਸਮਾਨੀ ਬਿਜਲੀ ਦੀ ਲਿਸ਼ਕੋਰ ਵਰਗੀ ਤੇਜ਼ੀ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਆਪ ਪ੍ਰਗਟ ਹੁੰਦੇ ਸਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਅਮੋੜ ਚਾਉ ਪੂਰਾ ਕਰਕੇ ਮੁੜ ਰਾਤ ਦੇ ਹਨੇਰੇ ਵਿੱਚ ਅਲੋਪ ਹੋ ਜਾਇਆ ਕਰਦੇ ਸਨ। ਸਿੱਖ ਧਰਮ ਤੇ ਇਤਿਹਾਸ ਵਿੱਚ ਗੂੜੀ ਦਿਲਚਸਪੀ ਰੱਖਣ ਵਾਲੇ ਖੋਜੀ ਜੌਨ ਮੈਲਕਮ ਨੇ ਸਿੱਖਾਂ ਦੀ ਆਪਣੇ ਇਸ਼ਟ ਨਾਲ ਇਸ ਅਨੋਖੀ ਮੁਹੱਬਤ ਦੀ ਦਾਦ ਇਹਨਾਂ ਸ਼ਬਦਾਂ ਵਿੱਚ ਦਿੱਤੀ ਹੈ। ਇੱਕ ਸਮਕਾਲੀ ਮੁਸਲਿਮ ਲਿਖਾਰੀ ਦੇ ਦੱਸਣ ਮੁਤਾਬਕ ਤੇਜ਼ ਰਫ਼ਤਾਰ ਸਿੱਖ ਘੋੜ ਸਵਾਰ ਸ਼ੂਟ ਵੱਟ ਕੇ ਆਪਣੀ ਸ਼ਰਧਾ ਦੇ ਕੇਂਦਰ ਵੱਲ ਆਉਂਦੇ ਆਮ ਵੇਖੇ ਜਾਂਦੇ ਸਨ। ਇਸ ਕੋਸ਼ਿਸ਼ ਵਿੱਚ ਉਹ ਅਕਸਰ ਜਾਨ ਤੋਂ ਹੱਥ ਧੋ ਬਹਿੰਦੇ ਸਨ, ਕਈ ਵਾਰ ਪਕੜੇ ਜਾਂਦੇ ਸਨ, ਪਰ ਅਜਿਹੇ ਮੌਕੇ ਉਹ ਮਰਨ ਤੋਂ ਟਲਣ ਦੀ ਥਾਵੇਂ ਸ਼ਹਾਦਤ ਦਾ ਤਾਜ ਪਹਿਨਣ ਨੂੰ ਤਰਜੀਹ ਦਿੰਦੇ ਸਨ। ਉਸੇ ਮੁਸਲਿਮ ਲੇਖਕ ਅਨੁਸਾਰ ਅੰਮ੍ਰਿਤਸਰ ਵੱਲ ਜਾਂਦਾ ਜੋ ਵੀ ਸਿੱਖ ਪਕੜਿਆ ਗਿਆ, ਉਸ ਵੱਲੋਂ ਆਪਣਾ ਧਰਮ ਛੱਡ ਜਾਣ ਦੀ ਇੱਕ ਵੀ ਉਦਾਹਰਨ ਨਹੀਂ ਮਿਲਦੀ। ਨਾਮਵਰ ਸਿੱਖ ਵਿਦਵਾਨ ਅਤੇ ਪੰਜਾਬੀ ਦੇ ਸਿਰਮੌਰ ਕਵੀ ਤੇ ਗਲਪਕਾਰ ਭਾਈ ਵੀਰ ਸਿੰਘ ਨੇ ਇਤਿਹਾਸ ਦੇ ਇਹਨਾਂ ਕਹਿਰਾਂ ਭਰੇ ਸਮਿਆਂ ਦੌਰਾਨ ਸਿੱਖਾਂ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਪ੍ਰਤੀ ਪ੍ਰਗਟਾਏ ਸਨੇਹ ਤੇ ਨਿਸ਼ਠਾ ਦੀਆਂ ਕੁਝ ਕੁ ਅਜਿਹੀਆਂ ਉਦਾਹਰਨਾਂ ਦਰਸਾਈਆਂ ਹਨ ਜੋ ਕਿਸੇ ਪੁਰਾਣਿਕ ਕਥਾ ਨਾਲੋਂ ਘੱਟ ਨਹੀਂ ਮੰਨੀਆਂ ਜਾ ਸਕਦੀਆਂ। ਭਾਈ ਸਾਹਿਬ ਦੇ ਦੱਸਣ ਮੁਤਾਬਕ ਖਾਲਸੇ ਲਈ ਜਦੋਂ ਤੁਰਕਾਨੀ ਕਹਿਰ ਦੁਪਹਿਰ ਵਾਂਗ ਚਮਕ ਰਿਹਾ ਸੀ ਅਤੇ ਦਰਬਾਰ ਸਾਹਿਬ ਅੰਦਰ ਸਿੱਖਾਂ ਦੇ ਦਾਖਲੇ ਨੂੰ ਰੋਕਣ ਲਈ ਇਸ ਦੇ ਚਾਰੋਂ ਤਰਫ ਤਲਵਾਰਾਂ ਬੰਦੂਕਾਂ ਨਾਲ ਲੈਸ ਪਹਿਰੇਦਾਰ ਖੜਾਏ ਹੋਏ ਸਨ, ਤਾਂ ਅਜਿਹੇ ਭਿਆਨਕ ਸਮੇਂ ਕਿਸੇ ਸਿੱਖ ਦਾ ਦਰਬਾਰ ਸਾਹਿਬ ਦੀ ਜੂਹ ਅੰਦਰ ਦਾਖਲ ਹੋਣਾ ਮੌਤ ਨੂੰ ਬੁਲਾਵਾ ਦੇਣਾ ਸੀ। ਪਰ ਵੀਰ ਸਿੱਖ ਕੌਮ ਪਾਸੋਂ ਇਹ ਕਦ ਬਰਦਾਸ਼ਤ ਹੋ ਸਕਦਾ ਸੀ ਕਿ ਮੰਦਰ ਦੇ ਦਰਵਾਜ਼ੇ ਬੰਦ ਰਹਿਣ ਤੇ ਝਾੜੂ ਤੱਕ ਵੀ ਨਾ ਹੋਵੇ। ਸਾਂਦਲ ਬਾਰ ਵਿੱਚ ਦਰਬਾਰ ਸਾਹਿਬ ਦਾ ਹਾਲ ਜੋ ਪਹੁੰਚਾ ਤਾਂ ਤਦ ਭਾਈ ਮਨਸ਼ਾ ਸਿੰਘ ਜੀ ਉੱਠ ਖੜੇ ਹੋਏ ਤੇ ਬੋਲੇ, ਵਰ ਦਿਓ ਖਾਲਸਾ ਜੀ, ਸਾਡੇ ਇਸ਼ਟ ਮੰਦਰ ਦੀ ਸਾਡੇ ਬੈਠਿਆਂ ਸੇਵਾ ਵਿਸਰ ਰਹੀ ਹੈ, ਉਹ ਸੇਵਾ ਸਿਰ ਚਾਹੀਏ। ਜਥੇ ਨੇ ਅਰਦਾਸਾ ਸੋਧ ਕੇ ਪਿਆਰੇ ਵੀਰ ਨੂੰ ਤੋਰ ਦਿੱਤਾ। ਸੇਵਾ ਦੀ ਮਨਸ਼ਾ ਧਾਰ ਕੇ ਮਨਸ਼ਾ ਸਿੰਘ ਹੋਰੀ ਭੇਸ ਵਟਾ ਕੇ ਅੰਮ੍ਰਿਤਸਰ ਪਹੁੰਚੇ। ਸ਼ਹਿਰ ਤੋਂ ਬਾਹਰ ਇੱਕ ਡੂੰਗੀ ਖਾਈ ਦੇ ਕਿਨਾਰੇ ਇੱਕ ਘੂਰਾ ਪੁੱਟਿਆ ਜਿਸ ਵਿੱਚ ਬੈਠ ਕੇ ਦਿਨ ਬਿਤਾਉਣਾ। ਉੱਧਰ ਰਾਤ ਨੇ ਹਨੇਰਾ ਕੀਤਾ, ਇੱਧਰ ਇਹ ਸ਼ੇਰ ਦੀ ਤਰ੍ਹਾਂ ਦੱਬਵੇਂ ਪੈਰ ਰੱਖ ਕੇ 68 ਤੀਰਥ ਪਹੁੰਚੇ। ਸਿਰ ਪਰ ਝਾੜੂ, ਘਿਓ, ਦੀਵਾ, ਵੱਟੀ ਤੇ ਸਵਾਹ ਦੇ ਵਿੱਚ ਲੁਕਾ ਕੇ ਕੁੱਜੇ ਵਿੱਚ ਪਾ ਕੇ ਅਗਨੀ, ਕੁਝ ਲੀਰਾਂ, ਗੰਧਕ ਤੇ ਕੱਖ ਲੈ ਕੇ ਪਹੁੰਚੇ। 4 ਚੁਫੇਰੇ ਤਸੱਲੀ ਕਰਕੇ ਕਿ ਪਹਿਰੇਦਾਰ ਅਵੇਸਲੇ ਹਨ। ਸਰੋਵਰ ਵਿੱਚ ਠੱਲ ਪਏ। ਮੂਦਾ ਘੜਾ ਇੱਕ ਛਾਤੀ ਹੇਠ ਦੇ ਲਿਆ ਅਰ ਬੇਮਾਲੂਮ ਪਹੁੰਚੇ ਪਏ। ਹਰਕੀ ਪੌੜੀ ਜਾ ਕੇ ਲੱਖ ਲੱਖ ਸ਼ੁਕਰ ਕੀਤਾ। ਅੱਗੇ ਵਧੇ, ਬੜੀ ਹਿਕਮਤ ਨਾਲ ਬੂਹਾ ਖੋਲ ਕੇ ਅੰਦਰ ਵੜੇ। ਪਹਿਰ ਰਾਤ ਲੰਘ ਚੁੱਕੀ ਸੀ, ਪਹਿਰੇ ਸੌਂ ਚੁੱਕੇ ਸਨ। ਭਾਈ ਹੋਰਾਂ ਨੇ ਬੜੇ ਪ੍ਰੇਮ ਨਾਲ ਝਾੜੂ ਦਿੱਤਾ, ਜਾਲੇ ਲਾਹੇ, ਫਿਰ ਆਪ ਨੇ ਘੜੇ ਭਰ ਕੇ ਸਾਰੇ ਮੰਦਰ ਦਾ ਇਸ਼ਨਾਨ ਕਰਵਾਇਆ। ਦੀਵਾ ਤਾਂ ਪਹਿਲਾਂ ਹੀ ਜਗਾ ਕੇ ਰੱਖ ਦਿੱਤਾ ਸੀ, ਹੁਣ ਆਪ ਨੇ ਇਸ਼ਨਾਨ ਕੀਤਾ ਅਰ ਇਕੱਲ ਵੰਜੇ ਬੈਠ ਕੇ ਆਸਾ ਦੀ ਵਾਰ ਦਾ ਪਾਠ ਕੀਤਾ।
ਕੁਸਮੁਸਾ ਵੇਲਾ ਅਜੇ ਨਹੀਂ ਸੀ ਹੋਇਆ ਜੋ ਸਿੰਘ ਹੋਰਾਂ ਨੇ ਗੰਧਕ, ਘਿਓ, ਰੂਹ, ਝਾੜੂ, ਘੜਾ, ਸਾਫੇ ਆਦਿ ਲਟਾ-ਪਟਾ ਸੰਭਾਲ ਕੇ ਰੱਖ ਦਿੱਤਾ ਤੇ ਦਰਵਾਜ਼ਾ ਭੀੜ ਕੇ ਜਿਸ ਰਸਤੇ ਆਏ ਸੇ ਉਸੇ ਰਸਤੇ ਚਲੇ ਗਏ। ਦੂਜੇ ਦਿਨ ਕੇਵਲ ਥੋੜੀ ਜਿਹੀ ਅੱਗ ਸੁਆਹ ਵਿੱਚ ਲੁਕਾ ਕੇ ਉਸੇ ਤਰ੍ਹਾਂ ਤਰ ਕੇ ਜਾ ਪਹੁੰਚੇ ਅਰ ਅੱਗ ਪਰ ਗੰਧਕ ਪਾ ਕੇ ਝੱਟ ਦੀਵਾ ਜਗਾ ਲਿਆ ਤੇ ਉਸੇ ਤਰ੍ਹਾਂ ਸੇਵਾ ਤੇ ਪਾਠ ਕਰਕੇ ਤੁਰ ਆਏ। ਇਹ ਅਟੁੱਟ ਜਾਨ ਹੂਲਵੀਂ ਸੇਵਾ, ਇਹ ਕੌਮੀ ਧਰਮ ਕੇਂਦਰ ਦਾ ਪਿਆਰ, ਇਹ ਸਦਕ, ਇਹ ਇਸ਼ਟ ਨਾਲ ਇਸ਼ਕ ਦਾ ਮੇਲ ਕਈ ਮਹੀਨੇ ਨਿਭਦਾ ਰਿਹਾ। ਇੱਕ ਦਿਨ ਕੋਈ ਹਾਕਮ ਮੰਦਰ ਨੂੰ ਵੇਖਣ ਵਾਸਤੇ ਆਇਆ। ਇਸ ਤਰ੍ਹਾਂ ਭਾਈ ਸਾਹਿਬ ਜੀ ਅੰਮ੍ਰਿਤ ਦੇ ਅਮਰ ਹੋਏ ਸੂਰੇ ਦੀ ਚੋਰੀ ਦਾ ਭੇਤ ਖੁੱਲ੍ਹ ਜਾਵਣ ਅਤੇ ਭਾਈ ਮਨਸ਼ਾ ਸਿੰਘ ਹੋਰਾਂ ਦੇ ਪਵਿੱਤਰ ਸਰੋਵਰ ਅੰਦਰ ਹੀ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣ ਜਾਣ ਦੀ ਬੀਰ ਕਥਾ ਦਾ ਜੋਸ਼ ਉਪਜਾਊ ਅੰਤ ਕਰ ਦਿੰਦੇ ਹਨ। ਅਜਿਹੀ ਹੀ ਇੱਕ ਹੋਰ ਬੀਰ ਕਥਾ ਭਾਈ ਤਾਰਾ ਸਿੰਘ ਤੇ ਭਾਈ ਠਾਰਾ ਸਿੰਘ ਨਾਵਾਂ ਦੇ ਦੋ ਜੁਗਤੀ ਸਿੰਘ ਭਰਾਵਾਂ ਦੀ ਹੈ, ਜੋ ਭਾਈ ਮਨਸ਼ਾ ਸਿੰਘ ਵਾਂਗ ਹੀ ਜੁਗਤ ਲੜਾ ਕੇ ਭਾਰੀ ਪਹਿਰੇ ਹੇਠ ਕਈ ਮੁੱਦਤ ਦਰਬਾਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ। ਉਹਨਾਂ ਦੇ ਕਾਰਜ ਨੂੰ ਸਹਿਲ ਬਣਾਉਣ ਲਈ ਬਿਜਲਾ ਸਿੰਘ ਨਾਂ ਦੇ ਇੱਕ ਗਿਆਨਵਾਨ ਤੇ ਗੁਣੀ ਸਿੰਘ ਨੇ, ਜੋ ਸਾਂਗ ਰਚਣ ਵਿੱਚ ਕਾਫੀ ਹੁਨਰਮੰਦ ਸੀ, ਫਕੀਰ ਸਾਈਂ ਲੋਕ ਦਾ ਸਾਂਗ ਰਚ ਕੇ ਪਹਿਰੇਦਾਰਾਂ ਅੰਦਰ ਆਪਣੀ ਚੰਗੀ ਪੜਤ ਬਣਾ ਲਈ ਸੀ। ਇਹ ਸਾਈਂ ਲੋਕ ਹਰ ਰੋਜ਼ ਰਾਤ ਨੂੰ ਆਪਣੀ ਫਾਰਸੀ ਗਜ਼ਲਖਾਨੀ ਤੇ ਕਵਾਲੀਆਂ ਨਾਲ ਪਹਿਰੇਦਾਰਾਂ ਨੂੰ ਅਜਿਹਾ ਪਰਚਾਈ ਰੱਖਦਾ ਕਿ ਦੋਨੋਂ ਸਿੰਘ ਭਰਾ ਦਾਤ ਕਾ ਕੇ ਭਾਈ ਮਨਸ਼ਾ ਸਿੰਘ ਵਾਂਗ ਦਰਬਾਰ ਸਾਹਿਬ ਦੇ ਅੰਦਰ ਚਲੇ ਜਾਂਦੇ ਅਤੇ ਦੀਵਾ ਜਗਾਉਣ ਤੇ ਝਾੜੂ ਆਦਿ ਦੇਣ ਤੋਂ ਲੈ ਕੇ ਆਸਾ ਦੀ ਵਾਰ ਦਾ ਪਾਠ ਕਰਨ ਉਪਰੰਤ ਅਰਦਾਸਾ ਸੋਧ ਕੇ ਚੁੱਪਚਾਪ ਵਾਪਸ ਆਪਣੇ ਠਿਕਾਣੇ ਤੇ ਪਹੁੰਚ ਜਾਂਦੇ ਸਨ। ਪਰ ਆਖਰ ਨੂੰ ਭਾਈ ਮਨਸ਼ਾ ਸਿੰਘ ਵਾਂਗ ਸਿੰਘਾਂ ਦੇ ਇਸ ਚੋਰੀ ਦਾਓ ਦਾ ਵੀ ਭੇਤ ਖੁੱਲ੍ਹ ਗਿਆ ਅਤੇ ਭਾਈ ਤਾਰਾ ਸਿੰਘ ਦੀ ਪਿਆਰੀ ਜਾਨ ਵੀ ਭਾਈ ਮਨਸ਼ਾ ਸਿੰਘ ਵਾਂਗ ਹੀ ਹਰੀ ਮੰਦਰ ਦੇ ਪਵਿੱਤਰ ਪੌੜਾਂ ਪਰ ਗੋਲੀ ਦਾ ਨਿਸ਼ਾਨਾ ਬਣ ਗਈ। ਉਹਨਾਂ ਜੋਖਮ ਭਰੇ ਸਮਿਆਂ ਵਿੱਚ ਸਿੰਘਾਂ ਦੇ ਮਨਾਂ ਅੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਕੁਰਬਾਨੀ ਦਾ ਚਾਅ ਤੇ ਜਜ਼ਬਾ ਇੰਨਾ ਪ੍ਰਬਲ ਸੀ ਕਿ ਭਾਈ ਵੀਰ ਸਿੰਘ ਦੇ ਸ਼ਬਦਾਂ ਵਿੱਚ ਜੇ ਇੱਕ ਜਾਨ ਰੋਜ਼ ਦੇ ਕੇ ਵੀ ਸੇਵਾ ਨਾ ਛੁੱਟੇ ਤਦ ਵੀ ਖਾਲਸਾ ਜੀ ਤਿਆਰ ਸੀ। ਇਸ ਤਰ੍ਹਾਂ ਜਦ ਖਾਲਸਾ ਦੁਸ਼ਮਣ ਨਾਲ ਬੇਮੇਚੀ ਟੱਕਰ ਵਿੱਚ ਹਰਿਮੰਦਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਲਈ ਸਿੱਧੇ ਮੱਥੇ ਦੀ ਲੜਾਈ ਲੜਨ ਦੀ ਹਾਲਤ ਵਿੱਚ ਨਹੀਂ ਸੀ ਹੁੰਦਾ ਤਾਂ ਉਹ ਚੋਰੀ ਛੁਪੇ ਦਾਤ ਕਾ ਕੇ ਅਤੇ ਆਪਣੀ ਜਾਨ ਨੂੰ ਦਾਅ 'ਤੇ ਲਾ ਕੇ ਆਪਣਾ ਧਰਮ ਪਾਲਣ ਤੋਂ ਨਾ ਖੁੰਝਦਾ। ਪਰ ਜਿਉਂ ਹੀ ਉਹ ਦੁਸ਼ਮਣ ਨਾਲ ਸਿੱਧੀ ਟੱਕਰ ਲੈਣ ਦੀ ਪੋਜੀਸ਼ਨ ਵਿੱਚ ਹੋ ਜਾਂਦਾ ਸੀ ਤਾਂ ਉਹ ਤੇਗਾ ਸੂਤ ਕੇ ਅੰਮ੍ਰਿਤਸਰ ਦੀਆਂ ਜੂਹਾਂ ਅੰਦਰ ਆਪ ਪ੍ਰਗਟ ਹੁੰਦਾ ਸੀ ਅਤੇ ਆਪਣੇ ਇਸ਼ਟ ਦੀ ਸ਼ਾਨ ਤੇ ਮਾਣ ਮਰਿਆਦਾ ਦੀ ਰਾਖੀ ਲਈ ਅਜਿਹੇ ਪ੍ਰਚੰਡ ਜੋਸ਼ ਨਾਲ ਲੜਦਾ ਸੀ ਕਿ ਦੁਸ਼ਮਣ ਉੱਤੇ ਖਾਲਸੇ ਅੰਦਰ ਕਿਸੇ ਦੈਵੀ ਤਾਕਤ ਦੇ ਪ੍ਰਗਟ ਹੋ ਜਾਣ ਦਾ ਖਿਆਲ ਤੇ ਭੈ ਹਾਵੀ ਹੋ ਜਾਂਦਾ ਸੀ। ਸਿੰਘਾਂ ਦੀ ਇਸ ਜੰਗਜੂ ਸਪਿਰਿਟ, ਜੋਸ਼ ਤੇ ਦੀਦਾ ਦਲੇਰੀ ਨੂੰ ਵੇਖ ਕੇ ਮੁਗਲ ਹਾਕਮਾਂ ਤੇ ਦੁਰਾਨੀਆਂ ਦੇ ਮਨਾਂ ਅੰਦਰ ਇਹ ਪੱਕਾ ਵਿਚਾਰ ਘਰ ਕਰ ਗਿਆ ਸੀ ਕਿ ਦਰਬਾਰ ਸਾਹਿਬ ਦਾ ਅੰਮ੍ਰਿਤ ਪੀ ਕੇ ਸਿੱਖ ਬਲੀ ਹੋ ਜਾਂਦੇ ਹਨ। ਇਸ ਚਸ਼ਮੇ ਵਿੱਚ ਜ਼ਰੂਰ ਕੋਈ ਗੈਬੀ ਤਾਕਤ ਹੈ। ਇਸ ਕਰਕੇ ਉਹਨਾਂ ਦੇ ਮਨ ਅੰਦਰ ਇਸ ਸੋਮੇ ਨੂੰ ਹੀ ਨਸ਼ਟ ਕਰ ਦੇਣ ਦਾ ਦੁਸ਼ ਵਿਚਾਰ ਪੈਦਾ ਹੋ ਗਿਆ ਸੀ। ਸਿੱਟੇ ਵਜੋਂ ਉਹਨਾਂ 24 ਸਾਲਾਂ ਦੇ ਥੋੜੇ ਜਿਹੇ ਹੀ ਵਕਫੇ ਅੰਦਰ ਇਸ ਸੋਮੇ ਨੂੰ ਘੱਟੋ ਘੱਟ 5 ਵੇਰ ਬੰਦ ਕਰਨ ਦੀ ਬਦਹਵਾਸ ਕੋਸ਼ਿਸ਼ ਕੀਤੀ। 2 ਵਾਰ ਤਾਂ ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਹੀ ਢਹਿ ਢੇਰੀ ਕਰ ਦਿੱਤਾ ਗਿਆ ਸੀ। ਪਰ ਸਿੱਖਾਂ ਦਾ ਹਰਿਮੰਦਰ ਸਾਹਿਬ ਨਾਲ ਪਿਆਰ ਇੰਨਾ ਡਾਢਾ ਤੇ ਰਿਸ਼ਤਾ ਇੰਨਾ ਬੇਨਜ਼ੀਰ ਸੀ ਕਿ ਉਹ ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਅਵਸਥਾ ਵਿੱਚ ਹੁੰਦੇ ਦੁਸ਼ਮਣ ਹੱਥੋਂ ਦਰਬਾਰ ਸਾਹਿਬ ਦੀ ਬੇਹੁਰਮਤੀ ਦੀ ਖਬਰ ਉਹਨਾਂ ਨੂੰ ਤੜਫਾ ਕੇ ਰੱਖ ਦਿੰਦੀ ਸੀ ਅਤੇ ਉਹਨਾਂ ਦੇ ਰੋਹ ਨੂੰ ਡੱਕ ਸਕਣਾ ਕਿਸੇ ਵੀ ਦੁਸ਼ਮਣ, ਉਹ ਕਿੰਨਾ ਵੀ ਡਾਢਾ ਕਿਉਂ ਨਾ ਹੋਵੇ, ਦੇ ਵੱਸ ਦੀ ਗੱਲ ਨਹੀਂ ਸੀ ਰਹਿੰਦੀ। ਜਿਵੇਂ ਅੱਖਾਂ ਤੋਂ ਦੂਰ ਬੈਠੇ ਬੱਚੇ ਨਾਲ ਵਾਪਰੀ ਕਿਸੇ ਮੰਦ ਹੋਣੀ ਦੀ ਮਨਹੂਸ ਖਬਰ ਸੁਣਦਿਆਂ ਹੀ ਮਾਂ ਦਾ ਦਿਲ ਆਪਣੇ ਜਿਗਰ ਦੇ ਟੋਟੇ ਦੀ ਸੂਰਤ ਤੇ ਦਸ਼ਾ ਦੇਖਣ ਲਈ ਬੇਬਲ ਹੋ ਉੱਠਦਾ ਹੈ, ਤਿਵੇਂ ਹੀ ਸਿੱਖਾਂ ਅੰਦਰ ਆਪਣੇ ਨੁਕਸਾਨੇ ਹੋਏ ਇਸ਼ਟ ਦੇ ਦਰਸ਼ਨਾਂ ਦੀ ਚਾਹ ਉਹਨਾਂ ਨੂੰ ਅੰਮ੍ਰਿਤਸਰ ਪਹੁੰਚਣ ਦੀ ਦੂਣੀ ਖਿੱਚ ਪਾਉਣ ਲੱਗਦੀ ਸੀ। ਪਹਿਲਾ ਮੌਕਾ ਮਿਲਦਿਆਂ ਹੀ ਉਹ ਦਰਬਾਰ ਸਾਹਿਬ ਤੇ ਇਸ ਦੇ ਪਵਿੱਤਰ ਸਰੋਵਰ ਦੀ ਸੇਵਾ ਸੰਭਾਲ ਦੇ ਕਾਰਜ ਵਿੱਚ ਜੁਟ ਜਾਇਆ ਕਰਦੇ ਸਨ। ਕਈ ਵਾਰ ਦੁਸ਼ਮਣ ਦੇ ਨਵੇਂ ਹਮਲੇ ਸਦਕਾ ਉਹਨਾਂ ਨੂੰ ਇਹ ਕਾਰਜ ਅਧਵਾਟੇ ਹੀ ਡੱਕਣਾ ਪੈ ਜਾਂਦਾ ਰਿਹਾ, ਪਰ ਮੌਕਾ ਮਿਲਣ ਤੇ ਉਹ ਫਿਰ ਇਸ ਕਾਰਜ ਵਿੱਚ ਜੁਟ ਜਾਂਦੇ ਰਹੇ। 1740 ਈਸਵੀ ਜਦ ਜ਼ਕਰੀਆ ਖਾਂ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਪਹਿਲਾ ਸਾਕਾ ਵਰਤਾਇਆ ਤੋਂ ਲੈ ਕੇ 1765 ਈਸਵੀ ਤੱਕ, ਜਦੋਂ ਤੱਕ ਸਿੱਖ ਪੰਜਾਬ ਅੰਦਰ ਆਪਣਾ ਦਬਦਬਾ ਕਾਇਮ ਕਰਨ ਅਤੇ ਇਸ ਤਰ੍ਹਾਂ ਦਰਬਾਰ ਸਾਹਿਬ ਨੂੰ ਬਾਹਰੀ ਖਤਰਿਆਂ ਤੋਂ ਮਹਿਫੂਜ਼ ਬਣਾਉਣ ਵਿੱਚ ਸਫਲ ਨਹੀਂ ਸੀ ਹੋ ਗਏ, ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਸਿੱਖ ਸਰਗਰਮੀਆਂ ਤੇ ਸਰੋਕਾਰਾਂ ਦਾ ਕੇਂਦਰ ਬਿੰਦੂ ਬਣੀ ਰਹੀ।
ਇਹਨਾਂ 25 ਵਰ੍ਹਿਆਂ ਦੇ ਦੌਰਾਨ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਦੀਆਂ ਜੂਹਾਂ ਅੰਦਰ ਸਿੰਘਾਂ ਦਾ ਬੇਪਨਾਹ ਲਹੂ ਡੁੱਲਿਆ। ਹਰਿਮੰਦਰ ਪਿਆਰ ਵਿੱਚ ਰੰਗੇ ਸਿੰਘਾਂ ਨੇ ਕੁਰਬਾਨੀ, ਹੌਸਲੇ ਤੇ ਸੂਰਮਗਤੀ ਦੇ ਬਹੁਤ ਸਾਰੇ ਲਾਸਾਨੀ ਕਾਂਡ ਰਚੇ। ਜਦ ਜ਼ਕਰੀਆ ਖਾਂ ਗਵਰਨਰ ਲਾਹੌਰ 1726 ਤੋਂ 1745 ਈਸਵੀ ਨੇ ਸਿੱਖਾਂ ਦੀ ਇਨਕਲਾਬੀ ਸਪਿਰਿਟ ਨੂੰ ਭਸਮ ਕਰ ਦੇਣ ਦੇ ਇਰਾਦੇ ਨਾਲ ਉਹਨਾਂ ਦੀ ਭਗਤੀ ਤੇ ਸ਼ਕਤੀ ਦੇ ਕੇਂਦਰ ਨੂੰ ਫੌਜੀ ਕਬਜ਼ੇ ਹੇਠ ਲੈ ਕੇ ਅੰਮ੍ਰਿਤ ਸਰੋਵਰ ਨੂੰ ਮਿੱਟੀ, ਹੱਡੀਆਂ ਤੇ ਕੂੜੇ ਕਰਕਟ ਨਾਲ ਪੂਰ ਦਿੱਤਾ ਅਤੇ ਫਿਰ ਮੰਡਿਆਲੀ ਦੇ ਇੱਕ ਬਦਮਾਸ਼ ਰੰਗੜ ਚੌਧਰੀ ਮੁਸਲਹੁਲਦੀਨ, ਜੋ ਇਤਿਹਾਸ ਅੰਦਰ ਮੱਸਾ ਰੰਗੜ ਦੇ ਨਾਂ ਹੇਠ ਬਦਨਾਮ ਹੋਇਆ, ਦੀਆਂ ਲਗਾਮਾਂ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਲਈ ਖੁੱਲੀਆਂ ਛੱਡ ਦਿੱਤੀਆਂ ਤਾਂ ਦੋ ਅਣਖੀ ਸਿੰਘਾਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਦੂਰ ਬੀਕਾਨੇਰ ਦੀ ਧਰਤੀ ਤੋਂ ਚੱਲ ਕੇ ਸੈਂਕੜੇ ਮੀਲਾਂ ਦਾ ਖਤਰਿਆਂ ਭਰਿਆ ਪੈਂਡਾ ਗਾਹ ਕੇ ਅਤੇ ਦਰਬਾਰ ਸਾਹਿਬ ਦੇ ਚਾਰੋਂ ਤਰਫ ਖੜੇ ਕੀਤੇ ਸਖਤ ਪਹਿਰਿਆਂ ਚੋਂ ਦੀ ਲੰਘ ਕੇ ਤਲਵਾਰ ਦੇ ਇੱਕੋ ਵਾਰ ਨਾਲ ਮੱਸੇ ਰੰਗੜ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਸੀ ਅਤੇ ਫਿਰ ਆਪਣੇ ਜਥੇਦਾਰ ਦੀ ਇੱਛਾ ਦਾ ਪਾਲਣ ਕਰਦੇ ਹੋਏ ਉਹਨਾਂ ਹੀ ਪੈਂਡਾ ਵਾਪਸ ਤੈਅ ਕਰਕੇ ਰੰਗੜ ਦਾ ਇਹ ਸਿਰ ਜਥੇਦਾਰ ਭਾਈ ਬੁੱਢਾ ਸਿੰਘ ਜੀ ਦੇ ਚਰਨਾਂ ਅੱਗੇ ਲਿਜਾ ਰੱਖਿਆ ਸੀ। ਖਾਲਸਾ ਪੰਥ ਨੂੰ ਆਪਣੀ ਸ਼ਕਤੀ ਦੇ ਸੋਮੇ ਤੋਂ ਮਹਿਰੂਮ ਕਰ ਦੇਣ ਦੇ ਜ਼ਕਰੀਆ ਖਾਂ ਦੇ ਮਨਸੂਬੇ ਉਸ ਵਕਤ ਉਸ ਦੇ ਨਾਲ ਹੀ ਕਬਰ ਵਿੱਚ ਦਫਨ ਹੋ ਗਏ ਜਦ ਜੁਲਾਈ 1745 ਵਿੱਚ ਇੱਕ ਨਾਮੁਰਾਦ ਬਿਮਾਰੀ ਨਾਲ ਉਸ ਦਾ ਬੁਰੇ ਹਾਲੀ ਅੰਤ ਹੋ ਗਿਆ ਸੀ। ਪਰ ਉਧਰ ਖਾਲਸੇ ਨੇ ਉਸ ਸਾਲ ਹਰਿਮੰਦਰ ਸਾਹਿਬ ਵਿਖੇ ਦੂਣੇ ਜੋਸ਼ ਨਾਲ ਦੀਵਾਲੀ ਮਨਾਈ ਸੀ। ਅਕਾਲ ਤਖਤ ਸਾਹਿਬ ਅੱਗੇ ਜੁੜੇ ਭਾਰੀ ਦੀਵਾਨ ਅੰਦਰ ਸਿੱਖ ਸੰਘਰਸ਼ ਨੂੰ ਵੱਧ ਸੁਚੱਜੇ ਤੇ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ 100 ਜੁਝਾਰ ਸਿੰਘਾਂ ਦੇ 25 ਦਲ ਕਾਇਮ ਕਰਨ ਦਾ ਅਹਿਮ ਗੁਰਮਤਾ ਪਾਸ ਕੀਤਾ ਗਿਆ ਸੀ। 2.5 ਸਾਲਾਂ ਬਾਅਦ 29 ਮਾਰਚ 1748 ਨੂੰ ਇਸੇ ਹੀ ਜਗ੍ਹਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਖਾਲਸੇ ਦੇ ਸਰਬ ਸਾਂਝੇ ਜਰਨੈਲ ਵਜੋਂ ਪ੍ਰਵਾਨ ਕਰ ਲੈਣ ਦਾ ਮਤਾ ਪ੍ਰਵਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਲਾਹੌਰ ਦੇ ਤਤਕਾਲੀ ਗਵਰਨਰ ਯਹੀਆ ਖਾਨ 1745 ਤੋਂ 1747 ਈਸਵੀ ਦੇ ਹਿੰਦੂ ਦੀਵਾਨ ਲਖਪਤ ਰਾਏ ਦੇ ਸਿਰ ਉੱਤੇ ਸਿੱਖ ਪੰਥ ਦੀ ਹਸਤੀ ਮਿਟਾਉਣ ਦਾ ਭੂਤ ਸਵਾਰ ਹੋਇਆ। ਜ਼ਕਰੀਆ ਖਾਂ ਵਾਂਗ ਹੀ ਲਖਪਤ ਰਾਏ ਨੇ ਵੀ ਸਿੱਖਾਂ ਨੂੰ ਅੰਮ੍ਰਿਤ ਦੀ ਸ਼ਕਤੀ ਤੋਂ ਵਾਂਝਿਆਂ ਕਰਕੇ ਉਹਨਾਂ ਦਾ ਖੁਰਾ ਖੋਜ ਖਤਮ ਕਰ ਦੇਣ ਦੀ ਨੀਤ ਨਾਲ ਸਿੱਖ ਪੰਥ ਵਿਰੁੱਧ ਆਪਣੀ ਵੈਸ਼ੀ ਮੁਹਿੰਮ ਦਾ ਆਗਾਜ਼ ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ ਦੇਣ ਨਾਲ ਕੀਤਾ। ਇਹ ਬੇਅਦਬ ਕਾਰਾ ਕਰਨ ਉਪਰੰਤ ਉਸਨੇ ਜੁਝਾਰ ਖਾਲਸੇ ਉੱਤੇ ਜ਼ੁਲਮਾਂ ਦੀ ਦੰਦੀ ਧਰ ਲਈ। 1746 ਈਸਵੀ ਦਾ ਸਾਰਾ ਜੂਨ ਮਹੀਨਾ ਜੇਠ ਹਾੜ ਖਾਲਸੇ ਦੇ ਸਿਰਾਂ ਉੱਤੇ ਜ਼ੁਲਮਾਂ ਦੀ ਅੱਗ ਵਰਦੀ ਰਹੀ। ਇਤਿਹਾਸ ਅੰਦਰ ਛੋਟਾ ਘੱਲੂਘਾਰਾ ਕਰਕੇ ਜਾਣੇ ਜਾਂਦੇ ਇਸ ਕਤਲੇਆਮ ਵਿੱਚ ਲਖਪਤ ਰਾਏ ਨੇ ਕੋਈ 10,000 ਦੇ ਕਰੀਬ ਸਿੰਘ ਕਤਲ ਕਰ ਦਿੱਤੇ ਸਨ। ਪਰ ਖਾਲਸਾ ਹਮੇਸ਼ਾ ਵਾਂਗ 1747 ਦੀ ਵਿਸਾਖੀ 30 ਮਾਰਚ ਤੇ ਫਿਰ ਜੈਕਾਰੇ ਗੁਜਾਉਂਦਾ ਦਰਬਾਰ ਸਾਹਿਬ ਵਿਖੇ ਆਣ ਇਕੱਤਰ ਹੋਇਆ ਸੀ। ਜੋਸ਼ ਵਿੱਚ ਆਏ ਖਾਲਸੇ ਨੇ ਲਖਪਤ ਰਾਏ ਦੁਆਰਾ ਬੇਅਦਬ ਕੀਤੇ ਗਏ ਸਰੋਵਰ ਦੀ ਹੱਥੋਂ ਹੱਥ ਹੀ ਸਫਾਈ ਕਰ ਮਾਰੀ ਸੀ ਅਤੇ ਨਾਲ ਹੀ ਲੱਗਦੇ ਹੱਥ ਭਵਿੱਖ ਵਿੱਚ ਹਰਿਮੰਦਰ ਸਾਹਿਬ ਦੀ ਦੁਸ਼ਮਣ ਕੋਲੋਂ ਵੱਧ ਅਸਰਦਾਰ ਢੰਗ ਨਾਲ ਰਾਖੀ ਕਰਨ ਲਈ ਇਸ ਦੇ ਦੱਖਣ ਵੱਲ ਕੋਈ 1 ਮੀਲ ਦੀ ਵਿੱਥ ਤੇ ਰਾਮਸਰ ਵਿਖੇ ਕੱਚਾ ਕਿਲਾ ਉਸਾਰਨ ਦਾ ਕਾਰਜ ਵੀ ਆਰੰਭ ਦਿੱਤਾ ਸੀ। ਪਰੰਤੂ ਅਗਲੇ ਸਾਲ ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ ਦੀਵਾਲੀ ਸੁੱਖਾਂ ਨਾਲ ਮਨਾਉਣੀ ਨਸੀਬ ਨਾ ਹੋਈ। 1748 ਈਸਵੀ ਦੇ ਸ਼ੁਰੂ ਵਿੱਚ ਹੀ ਲਾਹੌਰ ਦਰਬਾਰ ਅੰਦਰ ਪੈਦਾ ਹੋਏ ਅੰਦਰੂਨੀ ਕਲੇਸ਼ਾਂ ਤੋਂ ਛੁਟਕਾਰਾ ਪਾਉਣ ਦੇ ਮੰਤਵ ਨਾਲ ਦਿੱਲੀ ਦੀ ਮੁਗਲ ਹਕੂਮਤ ਨੇ ਦਿੱਲੀ ਤੋਂ ਇੱਕ ਵਜ਼ੀਰ ਦੇ ਪੁੱਤਰ ਮੋਇਨ ਉਲ ਮਲਕ, ਜੋ ਬਾਅਦ 'ਚ ਜਾ ਕੇ ਮੀਰ ਮੰਨੂ ਦੇ ਨਾਂ ਹੇਠ ਪ੍ਰਸਿੱਧ ਹੋਇਆ, ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ। ਮੀਰ ਮੰਨੂ ਨੇ ਪੰਜਾਬ ਅੰਦਰੋਂ ਸਿੱਖਾਂ ਦਾ ਬੀਜ ਨਾਸ਼ ਕਰ ਦੇਣ ਦਾ ਦ੍ਰਿੜ ਸੰਕਲਪ ਕਰ ਲਿਆ। ਇਸ ਮੰਤਵ ਲਈ ਉਹ ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ ਦੀਵਾਲੀ ਮਨਾਉਣ ਤੋਂ ਰੋਕਣ ਦੇ ਕਾਰਜ ਨੂੰ ਆਪਣਾ ਮੁੱਖ ਏਜੰਡਾ ਬਣਾ ਕੇ ਚੱਲਿਆ। ਅਕਤੂਬਰ 1748 ਵਿੱਚ ਮੰਨੂ ਨੇ ਵੱਡੀ ਫੌਜ ਲੈ ਕੇ ਅੰਮ੍ਰਿਤਸਰ ਉੱਤੇ ਚੜ੍ਹਾਈ ਕਰ ਦਿੱਤੀ। ਸਿੰਘਾਂ ਨੇ ਰਾਮ ਰੌਣੀ ਦੇ ਕੱਚੇ ਕਿਲੇ ਅੰਦਰ ਮੋਰਚਾਬੰਦੀਆਂ ਕਰ ਲਈਆਂ ਅਤੇ ਮੁਗਲ ਫੌਜਾਂ ਦਾ ਬਹਾਦਰੀ ਨਾਲ ਟਾਕਰਾ ਸ਼ੁਰੂ ਕਰ ਦਿੱਤਾ। ਕੱਚੇ ਤੇ ਛੋਟੇ ਜਿਹੇ ਕਿਲੇ ਅੰਦਰ ਮੌਜੂਦ ਸਿਰਫ 500 ਸਿੰਘਾਂ ਨੇ ਸ਼ਕਤੀਸ਼ਾਲੀ ਮੁਗਲ ਫੌਜ ਨੂੰ 3 ਮਹੀਨੇ ਤੱਕ ਕਿਲਾ ਫਤਿਹ ਕਰਨ ਤੋਂ ਰੋਕੀ ਰੱਖਿਆ ਸੀ। ਇੰਨੇ ਚਿਰ ਨੂੰ ਦੇਵਨੇਤ ਨਾਲ ਅਹਿਮਦ ਸ਼ਾਹ ਅਬਦਾਲੀ ਦੂਜੀ ਵਾਰ ਭਾਰਤ ਉੱਤੇ ਚੜ੍ਹ ਆਇਆ, ਜਿਸ ਨਾਲ ਮੀਰ ਮੰਨੂ ਨੂੰ ਸਿੱਖਾਂ ਪ੍ਰਤੀ ਹਮਦਰਦੀ ਭਾਵ ਰੱਖਣ ਵਾਲੇ ਦੀਵਾਨ ਕੌੜਾ ਮੱਲ ਦਾ ਸਿੰਘਾਂ ਵੱਲੋਂ ਹਟ ਕੇ ਅਫਗਾਨੀਆਂ ਨਾਲ ਟੱਕਰ ਲੈਣ ਦਾ ਸੁਝਾਅ ਕਬੂਲ ਕਰਨਾ ਪੈ ਗਿਆ। ਇਸ ਤਰ੍ਹਾਂ ਸਿੰਘਾਂ ਉੱਤੇ ਪਈ ਇਹ ਬਿਪਤਾ ਵਕਤੀ ਤੌਰ ਤੇ ਟਲ ਗਈ। ਲੜਾਈ ਵੱਲੋਂ ਰਤਾ ਸਾਹ ਮਿਲਦਿਆਂ ਹੀ ਸਿੰਘ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਅਧੂਰੇ ਰਹਿ ਗਏ ਕਾਰਜ ਨੂੰ ਨੇਪਰੇ ਚਾੜਨ ਦੇ ਅਮਲ ਵਿੱਚ ਜੁਟ ਗਏ। ਸਿੱਖ ਸੰਗਤਾਂ ਨੇ ਦੂਰੋਂ ਚੱਲ ਕੇ ਅਥਾਹ ਪਿਆਰ ਤੇ ਸ਼ਰਧਾ ਨਾਲ ਇਸ ਕਾਰ ਸੇਵਾ ਵਿੱਚ ਹਿੱਸਾ ਲਿਆ।
ਮੀਰ ਮੰਨੂ ਦੇ ਹਮਲੇ ਕਾਰਨ ਸਿੱਖ 1748 ਈਸਵੀ ਦੀ ਦੀਵਾਲੀ ਮਨਾਉਣ ਤੋਂ ਤਾਂ ਵਾਂਝੇ ਰਹਿ ਗਏ ਸਨ, ਪਰ 1749 ਈਸਵੀ ਦੀ ਦੀਵਾਲੀ ਉਹਨਾਂ ਪੂਰੇ ਉਤਸ਼ਾਹ ਤੇ ਚਾਵਾਂ ਨਾਲ ਮਨਾਈ ਅਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਜੁੜੇ ਭਰਵੇਂ ਇਕੱਠ ਵਿੱਚ ਇਸ ਸੰਘਰਸ਼ ਨਾਲ ਜੁੜੇ ਮਸਲਿਆਂ ਤੇ ਭਰਪੂਰ ਵਿਚਾਰਾਂ ਹੋਈਆਂ। ਇਸ ਤੋਂ ਬਾਅਦ ਜਦ ਪੰਜਾਬ ਅੰਦਰ ਮੁਗਲ ਸੱਤਾ ਅਫਗਾਨੀ ਧਾੜਵੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਾ ਰਹੀ ਤਾਂ ਇਸ ਖਿੱਤੇ ਅੰਦਰ ਖਾਲਸਾ ਅਫਗਾਨੀ ਹਮਲਾਵਰਾਂ ਨੂੰ ਚੁਣੌਤੀ ਦੇਣ ਵਾਲੀ ਮੁੱਖ ਸ਼ਕਤੀ ਬਣ ਕੇ ਉੱਭਰ ਆਇਆ ਸੀ। ਮੁਗਲ ਹਾਕਮਾਂ ਵਾਂਗ ਹੀ ਦੁਰਾਨੀਆਂ ਨੇ ਵੀ ਸਿੱਖ ਚੁਣੌਤੀ ਤੋਂ ਪੱਕਾ ਛੁਟਕਾਰਾ ਹਾਸਲ ਕਰ ਲੈਣ ਦੇ ਇਰਾਦੇ ਨਾਲ ਖਾਲਸਾ ਪੰਥ ਨੂੰ ਉਸਦੀ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨਾਲੋਂ ਵਿਛੋੜਨ ਦੀ ਰਣਨੀਤੀ ਧਾਰਨ ਕੀਤੀ। 7 ਸਾਲਾਂ ਦੇ ਥੋੜੇ ਜਿਹੇ ਅਰਸੇ ਅੰਦਰ ਉਹਨਾਂ ਦਰਬਾਰ ਸਾਹਿਬ ਉੱਤੇ 3 ਕਹਿਰ ਭਰੇ ਹਮਲੇ 1757, 1762 ਤੇ 1764 ਕੀਤੇ। ਅਹਿਮਦ ਸ਼ਾਹ ਅਬਦਾਲੀ ਦਾ ਸ਼੍ਰੀ ਦਰਬਾਰ ਸਾਹਿਬ ਉੱਤੇ ਪਹਿਲਾ ਕਹਿਰ ਉਸ ਵੇਲੇ ਨਾਜ਼ਲ ਹੋਇਆ ਜਦ 1757 ਵਿੱਚ ਦਿੱਲੀ, ਮਥੁਰਾ ਤੇ ਬਿੰਦਰਾਬੰਦ ਤੋਂ ਲੁੱਟ ਦਾ ਮਣਾ ਮੂੰਹੀ ਮਾਲ ਲੈ ਕੇ ਮੁੜ ਰਹੇ ਉਸਦੇ ਫੌਜੀ ਲਸ਼ਕਰ ਉੱਤੇ ਮਾਲਵੇ ਦੇ ਸਿੰਘਾਂ ਨੇ ਸਰਹੰਦ ਦੇ ਨਜ਼ਦੀਕ ਹੱਲਾ ਬੋਲ ਕੇ ਅਫਗਾਨੀਆਂ ਕੋਲੋਂ ਲੁੱਟ ਦਾ ਕਾਫੀ ਸਾਰਾ ਮਾਲ ਖੋਹ ਲਿਆ ਸੀ। ਕਰੋਧ ਵਿੱਚ ਆਏ ਅਹਿਮਦ ਸ਼ਾਹ ਨੇ ਆਪਣੇ ਵਾਪਸੀ ਸਫ਼ਰ ਦੌਰਾਨ ਲਾਹੌਰ ਤੋਂ ਇੱਕ ਵਿਸ਼ੇਸ਼ ਫੌਜੀ ਦਲ ਅੰਮ੍ਰਿਤਸਰ ਉੱਤੇ ਹਮਲਾ ਕਰਨ ਲਈ ਭੇਜਿਆ, ਜਿਸ ਨੇ ਸ਼ਹਿਰ ਅੰਦਰ ਲੁੱਟਮਾਰ ਕਰਨ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਇਸ ਦੀ ਘੋਰ ਬੇਅਦਬੀ ਕੀਤੀ। ਉੱਧਰ ਅਹਿਮਦ ਸ਼ਾਹ ਦੇ ਸ਼ਹਿਜ਼ਾਦੇ ਤੈਮੂਰ ਸ਼ਾਹ ਨੇ ਸਰਹੰਦ ਵਿਖੇ ਹੋਏ ਅਪਮਾਨ ਦਾ ਬਦਲਾ ਲੈਣ ਲਈ ਸਿੱਖਾਂ ਦੇ ਇੱਕ ਹੋਰ ਧਾਰਮਿਕ ਨਗਰ ਕਰਤਾਰਪੁਰ ਜਲੰਧਰ ਉੱਤੇ ਧਾਵਾ ਬੋਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ, ਜਿਸ ਨਾਲ ਇਤਿਹਾਸਕ ਸਤੰਭ, ਜਿਸ ਨੂੰ ਥੰਮ ਸਾਹਿਬ ਕਿਹਾ ਜਾਂਦਾ ਸੀ, ਸੜ ਕੇ ਰਾਖ ਹੋ ਗਿਆ ਸੀ। ਦਰਬਾਰ ਸਾਹਿਬ ਦੀ ਬੇਅਦਬੀ ਦੀਆਂ ਖਬਰਾਂ ਜਦ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਕੋਲ ਪੁੱਜੀਆਂ ਤਾਂ ਬਜ਼ੁਰਗ ਵਿਦਵਾਨ ਦਾ ਖੂਨ ਖੌਲ ਉੱਠਿਆ। ਉਹਨਾਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਕਰਨ ਲਈ ਤੁਰੰਤ ਸ਼੍ਰੀ ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ। ਉਸ ਵੇਲੇ ਆਪਣੀ ਥੋੜਵੀਂ ਤਾਕਤ ਹੋਣ ਕਰਕੇ ਸਿੰਘ ਆਮ ਤੌਰ ਤੇ ਲੜਾਈ ਦਾ ਛਾਪਾਮਾਰ ਢੰਗ ਅਮਲ ਵਿੱਚ ਲਿਆ ਰਹੇ ਸਨ। ਉਹ ਦੁਸ਼ਮਣ ਦੇ ਖਿਲਾਫ ਪਿੜ ਮਲਵੀਂ ਜੰਗ ਲੜਨ ਤੋਂ ਵਾਹ ਲੱਗਦੀ ਗੁਰੇਜ਼ ਕਰਦੇ ਸਨ, ਪਰ ਬਾਬਾ ਦੀਪ ਸਿੰਘ ਜੀ ਨੇ ਕਿਸੇ ਅਗੰਮੀ ਅੰਤਰ ਪ੍ਰੇਰਨਾ ਚੋਂ ਖਾਲਸੇ ਦੇ ਇਸ ਪ੍ਰਚਲਿਤ ਯੁੱਧ ਰੀਤ ਤੋਂ ਲਾਂਭੇ ਜਾ ਕੇ ਦੁਸ਼ਮਣ ਨੂੰ ਸਿੱਧੇ ਮੱਥੇ ਵੰਗਾਰਨ ਦਾ ਫੈਸਲਾ ਕਰ ਲਿਆ ਸੀ। ਭਲੀ ਭਾਂਤ ਇਹ ਗੱਲ ਜਾਣਦੇ ਹੋਏ ਵੀ ਕਿ ਸਰਹੰਦ ਦੀ ਸੱਟ ਨਾਲ ਜ਼ਖਮੀ ਹੋਏ ਦੁਰਾਨੀਆਂ ਦੇ ਲਸ਼ਕਰ ਅੰਮ੍ਰਿਤਸਰ ਸਾਹਿਬ ਦੇ ਇਰਦ ਗਿਰਦ ਦੰਦਨਾਉਂਦੇ ਫਿਰ ਰਹੇ ਸਨ ਅਤੇ ਅਜਿਹੀ ਹਾਲਤ ਵਿੱਚ ਖਾਲਸੇ ਦਾ ਖੁੱਲ੍ਹਾ ਐਲਾਨ ਕਰਕੇ ਅੰਮ੍ਰਿਤਸਰ ਜਾਣਾ ਆਪਣੇ ਨਾਲੋਂ ਕਈ ਗੁਣਾ ਤਾਕਤਵਰ ਦੁਸ਼ਮਣ ਨਾਲ ਖੁੱਲ੍ਹਮ ਖੁੱਲ੍ਹੀ ਟੱਕਰ ਨੂੰ ਬੁਲਾਵਾ ਦੇਣਾ ਸੀ। ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਦੀਵਾਲੀ ਮਨਾਉਣ ਦੇ ਨਾ ਸਿਰਫ ਆਪਣੇ ਅਡੋਲ ਫੈਸਲੇ ਦਾ ਖੁੱਲ੍ਹਾ ਐਲਾਨ ਕਰ ਦਿੱਤਾ, ਸਗੋਂ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਆਪਣੇ ਨਾਲ ਤੋਰਨ ਲਈ ਲਾਮਬੰਦੀ ਦਾ ਬਿਗਲ ਵਜਾ ਦਿੱਤਾ। ਬਾਬਾ ਜੀ ਦੇ ਇਸ ਐਲਾਨ ਨੇ ਖਾਲਸਾ ਪੰਥ ਅੰਦਰ ਜੋਸ਼ ਦੀ ਤਰੰਗ ਪੈਦਾ ਕਰ ਦਿੱਤੀ। ਬਜ਼ੁਰਗ ਵਿਦਵਾਨ ਜਰਨੈਲ ਦਾ ਜੰਗੀ ਸੰਦੇਸ਼ ਮਿਲਦਿਆਂ ਹੀ ਆਲੇ ਦੁਆਲੇ ਦੇ ਇਲਾਕੇ ਚੋਂ ਭਾਰੀ ਗਿਣਤੀ ਵਿੱਚ ਸਿੰਘ ਕਾਫਲੇ ਬਣਾ ਕੇ ਦਮਦਮਾ ਸਾਹਿਬ ਪੁੱਜਣੇ ਸ਼ੁਰੂ ਹੋ ਗਏ। ਜਗ੍ਹਾ ਰਾਮ ਤੀਰਥ, ਬਹਿਮਣ, ਨਹੀਆਂਵਾਲਾ, ਫੂਲ, ਮਹਿਰਾਜ, ਗੋਬਿੰਦਪੁਰਾ, ਦਰਾਜ, ਭੁੱਚੋਂ ਅਤੇ ਦਰਜਨਾਂ ਹੀ ਹੋਰਨਾਂ ਪਿੰਡਾਂ ਚੋਂ 1000 ਤੋਂ ਵੱਧ ਸਿੰਘਾਂ ਨੇ ਬਾਬਾ ਦੀਪ ਸਿੰਘ ਜੀ ਦੀ ਰਹਿਨੁਮਾਈ ਵਿੱਚ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਜੈਕਾਰੇ ਗੁਜਾਉਂਦਾ ਮਰਜੀਵੜਿਆਂ ਦਾ ਇਹ ਦਲ ਜਿਉਂ-ਜਿਉਂ ਅੱਗੇ ਵੱਧਦਾ ਗਿਆ, ਤਿਉਂ-ਤਿਉਂ ਸਿੱਖ ਜਨਤਾ ਅੰਦਰ ਜੋਸ਼ ਤੇ ਸੂਰਮਗਤੀ ਦੀ ਭਾਵਨਾ ਪ੍ਰਚੰਡ ਕਰਦਾ ਗਿਆ। ਰਸਤੇ 'ਚੋਂ ਲਗਾਤਾਰ ਭਾਰੀ ਗਿਣਤੀ ਵਿੱਚ ਸਿਰਲੱਥ ਸਿੰਘ ਇਸ ਦਲ ਵਿੱਚ ਸ਼ਾਮਲ ਹੁੰਦੇ ਗਏ। ਤਰਨ ਤਾਰਨ ਤੀਕ ਪੁੱਜਦਿਆਂ ਇਸ ਸ਼ਹੀਦੀ ਕਾਫਲੇ ਦੀ ਸੰਖਿਆ 5000 ਨੂੰ ਪਾਰ ਕਰ ਗਈ ਸੀ। ਕਾਫਲੇ ਵਿੱਚ ਸ਼ਾਮਲ ਸਾਰੇ ਲੋਕ ਪੇਸ਼ਾਵਰ ਲੜਾਕੇ ਨਹੀਂ ਸਨ। ਉਹਨਾਂ ਚੋਂ ਬਹੁਤੇ ਆਮ ਪੇਂਡੂ ਕਿਸਾਨ ਅਤੇ ਕਾਮੇ ਲੋਕ ਸਨ, ਜਿਨ੍ਹਾਂ ਕੋਲ ਆਪਣੇ ਦੇਸੀ ਰਵਾਇਤੀ ਹਥਿਆਰਾਂ, ਸੋਟੇ, ਗੰਡਾਸੀਆਂ, ਬਰਛੀਆਂ ਤੇ ਤਲਵਾਰਾਂ ਆਦਿ ਤੋਂ ਬਿਨਾਂ ਹੋਰ ਕੋਈ ਸ਼ਸਤਰ ਨਹੀਂ ਸਨ। ਉਹਨਾਂ ਦਾ ਸਭ ਤੋਂ ਉੱਤਮ ਹਥਿਆਰ ਧਾਰਮਿਕ ਜਜ਼ਬਾ ਸੀ। ਉਹ ਆਪਣੇ ਗੁਰੂ ਦੇ ਘਰ ਦੀ ਅਜ਼ਮਤ ਦੀ ਰੱਖਿਆ ਕਰਨ ਲਈ ਜਾਨਾਂ ਨਿਛਾਵਰ ਕਰ ਦੇਣ ਦਾ ਦ੍ਰਿੜ ਇਰਾਦਾ ਧਾਰ ਕੇ ਚੱਲੇ ਸਨ। ਤਰਨ ਤਾਰਨ ਤੋਂ ਅਗਲਾ ਸਫ਼ਰ ਆਰੰਭ ਕਰਨ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਅੱਗੇ ਵੱਧ ਕੇ ਆਪਣੇ ਖੰਡੇ ਦੀ ਨੋਕ ਨੂੰ ਜ਼ਮੀਨ ਨਾਲ ਛੁਹਾਇਆ ਤੇ ਧਰਤੀ ਉੱਤੇ ਇੱਕ ਲੰਮੀ ਗੂੜੀ ਲੀਕ ਵਾਹ ਦਿੱਤੀ। ਫਿਜ਼ਾ ਵਿੱਚ ਇੱਕ ਪਲ ਲਈ ਗਾੜੀ ਚੁੱਪ ਪਸਰ ਗਈ। ਬਾਬਾ ਜੀ ਨੇ ਦਲ ਉੱਤੇ ਗਹਿਰੀ ਨਜ਼ਰ ਘੁਮਾਈ ਅਤੇ ਫਿਰ ਗਰਜਵੀਂ ਆਵਾਜ਼ ਵਿੱਚ ਬੋਲੇ ਕਿ ਜੋ ਧਰਮ ਹੇਤ ਕੁਰਬਾਨ ਹੋਣ ਲਈ ਤਤਪਰ ਹੈ, ਉਹ ਲੀਕ ਟੱਪ ਕੇ ਅੱਗੇ ਆ ਜਾਵੇ।
ਲੀਕ ਦੇ ਉਸ ਤਰਫ ਕਿਸ ਰਹਿਣਾ ਸੀ ਜੋ ਆਏ ਸਨ ਉਹ ਪੱਕੇ ਮਨ ਬਣਾ ਕੇ ਹੀ ਆਏ ਸਨ। ਫੁਰਤੀ ਅਤੇ ਅਣਮਿਆਉਂਦੇ ਚਾਉ ਨਾਲ ਸਾਰਾ ਦਲ ਲੀਕ ਪਾਰ ਕਰ ਗਿਆ। ਫਿਰ ਇਤਿਹਾਸ ਦਾ ਇੱਕ ਲਾਸਾਨੀ ਕਾਂਡ ਰਚਣ ਦੀਆਂ ਰਸਮੀ ਤਿਆਰੀਆਂ ਸ਼ੁਰੂ ਹੋ ਗਈਆਂ। ਸਿੰਘਾਂ ਅੰਦਰ ਸ਼ਹਾਦਤ ਦਾ ਚਾਅ ਇਸ ਕਦਰ ਠਾਠਾ ਮਾਰ ਰਿਹਾ ਸੀ ਕਿ ਉਹਨਾਂ ਨੇ ਮੌਤ ਲਾੜੀ ਨੂੰ ਪਰਨਾਉਣ ਚੱਲੇ ਲਾੜਿਆਂ ਵਾਂਗੂ ਹੱਥਾਂ ਉੱਤੇ ਸ਼ਗਨਾਂ ਦੇ ਗਾਨੇ ਬੰਨ੍ਹ ਲਏ ਅਤੇ ਉਚੇਚੇ ਸੁੰਦਰ ਲਿਬਾਸ ਸਜਾ ਲਏ। ਸ਼ਗਨਾਂ ਵਜੋਂ ਬਸਤਰਾਂ ਉੱਤੇ ਕੇਸਰ ਧੂੜਿਆ ਗਿਆ। ਸੋ ਅੱਜ ਅਸੀਂ ਇਹ ਪਹਿਲਾ ਭਾਗ ਪੰਨਾ ਨੰਬਰ 16 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।